ਡੰਡੋਤ ਬੰਦਨ ਅਨਕ ਬਾਰ, ਸਰਬ ਕਲਾ ਸਮਰੱਥ। ਡੋਲਣ ਤੇ ਰਾਖੋ ਪ੍ਰਭੂ, ਨਾਨਕ ਦੇ ਘਰ ਹੱਥ। ਗਿਆਨ ਅੰਜਨ ਗੁਰ ਦਿਆ, ਅਗਿਆਨ ਅੰਧੇਰ ਬਿਨਾਸ਼। ਹਰ ਕਿਰਪਾ ਤੇ ਸੰਤ ਭੇਟਿਆ, ਨਾਨਕ ਮਨ ਪਰਗਾਸ। ਯਾਹੀ ਕੁਲ ਤੇ ਪ੍ਰਗਟ ਹੋਏ, ਤਾਹੀ ਕੁਲ ਕੋ ਨਾਮ। ਪੁਨ ਦਵਾਦਸ ਗੁਰਿੰਦ ਕਉ, ਮੇਰੀ ਹੈ ਪ੍ਰਣਾਮ। ਪਰਮ ਸਤਿਕਾਰਯੋਗ ਸਤਿਗੁਰੂ ਜੀ ਦੇ ਪਾਵਨ ਪਵਿੱਤਰ ਦਰਬਾਰ ਵਿੱਚ ਬੈਠੀ ਹੋਈ ਸਾਧ ਸੰਗਤ ਜੀਓ, ਆਪਣੀਆਂ ਮਨ ਬਿਰਤੀਆਂ ਨੂੰ ਇਕਾਗਰ ਕਰਨ ਦੇ ਲਈ, ਰਸਨਾ ਨੂੰ ਪਵਿੱਤਰ ਕਰਨ ਲਈ ਇੱਕ ਵਾਰੀ ਸਾਰੇ ਹੀ ਰਲ ਕੇ ਆਖੀਏ, ਧੰਨ ਸ੍ਰੀ ਸਤਿਗੁਰੂ ਜਗਜੀਤ ਸਿੰਘ ਸੱਚੇ ਪਾਤਸ਼ਾਹ। ਸਤਿਗੁਰੂ ਅੰਗਦ ਦੇਵ ਸੱਚੇ ਪਾਤਸ਼ਾਹ ਜੀ ਦਾ ਪਾਵਨ ਪਵਿੱਤਰ ਇਤਿਹਾਸ ਸਾਹਿਬ ਜੀ ਸ਼੍ਰਵਣ ਕਰ ਰਹੇ ਸੀ। ਇਤਿਹਾਸ ਇੱਥੋਂ ਤੱਕ ਪਹੁੰਚਿਆ ਹੈ ਕਿ ਸਾਰੇ ਸਿੱਖ ਸਤਿਗੁਰੂ ਅੰਗਦ ਦੇਵ ਸੱਚੇ ਪਾਤਸ਼ਾਹ ਜੀ ਨੂੰ ਬੇਨਤੀਆਂ ਕਰਦੇ ਨੇ ਕਿ ਤੁਸੀਂ ਇਸ ਕੋਠੜੀ ਦੇ ਵਿੱਚੋਂ ਬਾਹਰ ਆਣ ਕੇ ਦਰਸ਼ਨ ਦਿਓ, ਪਰ ਦੂਸਰੇ ਪਾਸੇ ਸਤਿਗੁਰੂ ਅੰਗਦ ਦੇਵ ਸੱਚੇ ਪਾਤਸ਼ਾਹ ਜੀ ਸਮਾਧੀ ਲੀਨ ਨੇ। ਕੱਲ ਇੱਥੋਂ ਤੱਕ ਕਥਾ ਪਹੁੰਚੀ ਸੀ, ਅੱਜ ਇੱਥੋਂ ਅੱਗੇ ਮੈਂ ਪ੍ਰਾਰੰਭ ਕਰਦਾ। ਸੰਗਤ ਬ੍ਰਿੰਦ ਕੀ ਪੰਗਤ ਮੈਂ ਥਿਤ, ਹੋਏ ਕਰੀ ਜੈ ਮੰਗਲ ਸ਼ਾਦੀ। ਸਾਰੇ ਸਿੱਖ ਅਰਜ਼ਾਂ ਕਰਦੇ ਨੇ ਕਿ ਸੰਗਤ ਦੀ ਪੰਗਤ ਦੇ ਵਿੱਚ ਸਥਿਰ ਹੋ ਕੇ ਤੁਸੀਂ ਸਾਰਿਆਂ ਨੂੰ ਦਰਸ਼ਨ ਦੇ ਕੇ ਮਾਨੋ ਕਿ ਮੰਗਲ ਕਰੋ, ਖੁਸ਼ੀ ਕਰੋ। ਦਾਸਣ ਕੀ ਬੇਨਤੀ ਸੁਣ ਕੇ, ਗਿਣਤੀ ਤਜ ਆਣ ਸੋ ਬਾਹਰ ਆਏ। ਹੁਣ ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਦਾਸਾਂ ਦੀ ਬੇਨਤੀ ਨੂੰ ਸਤਿਗੁਰੂ ਅੰਗਦ ਦੇਵ ਸੱਚੇ ਪਾਤਸ਼ਾਹ ਜੀ ਨੇ ਸੁਣਿਆ, ਸਮਾਧੀ ਨੂੰ ਛੱਡਿਆ ਤੇ ਸਾਰੀਆਂ ਗਿਣਤੀਆਂ ਨੂੰ ਛੱਡ ਕੇ ਫਿਰ ਕੋਠੜੀ ਦੇ ਵਿੱਚੋਂ ਬਾਹਰ ਆਏ। ਪੀਤ ਹੈ ਰੰਗ ਸੋ ਦੁਬਰੇ ਅੰਗ, ਉਮੰਗ ਮਹਾ ਗੁਰ ਜਿਉ ਦਰ ਸਾਏ। ਕਹਿੰਦੇ ਨੇ ਕਿ ਭਾਵੇਂ ਰੰਗ ਪੀਲਾ ਤੇ ਅੰਗ ਲਿੱਸੇ ਹਨ, ਤਾਂ ਵੀ ਸਿੱਖਾਂ ਨੂੰ ਜਦੋਂ ਦਰਸ਼ਨ ਹੋਏ ਤਾਂ ਬੜੀ ਉਮੰਗ ਚੜ ਗਈ, ਕਿਉਂਕਿ ਮਹਾਂਗੁਰੂ ਭਾਵ ਸਤਿਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਵਰਗੇ ਗੁਰੂ ਜੀ ਨਜ਼ਰ ਆਏ। ਦੇਖਤ ਪੇ ਤਿਨ ਦਾਸਣ ਕੋ ਗੁਰ, ਨਾਨਕ ਪਾਸ ਜੋ ਥੇ ਸਮਦਾਏ। ਉਸ ਵੇਲੇ ਸਤਿਗੁਰੂ ਅੰਗਦ ਦੇਵ ਸੱਚੇ ਪਾਤਸ਼ਾਹ ਜੀ ਨੇ ਕੀ ਦੇਖਿਆ ਕਿ ਉਹੀ ਦਾਸ ਨੇ ਜਿਹੜੇ ਕਿ ਸਤਿਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਦੇ ਕੋਲ ਸਾਰੇ ਰਹਿੰਦੇ ਸਨ। ਪ੍ਰੇਮ ਪ੍ਰਵਾਹ ਬਧਿਓ ਔਰ ਮੈਂ, ਉਚਰਿਓ ਤਬ ਏਕ ਸ਼ਲੋਕ ਬਨਾਏ। ਹੁਣ ਇਸ ਵੇਲੇ ਸਤਿਗੁਰੂ ਅੰਗਦ ਦੇਵ ਸੱਚੇ ਪਾਤਸ਼ਾਹ ਜੀ ਦੇ ਹਿਰਦੇ ਦੇ ਵਿੱਚ ਪ੍ਰੇਮ ਦਾ ਜਿਹੜਾ ਹੜ ਹੈ ਉਹ ਚੜਿਆ ਹੋਇਆ। ਉਸ ਵੇਲੇ ਪ੍ਰੇਮ ਦੇ ਪ੍ਰਵਾਹ ਦੇ ਵਿੱਚ ਵਹਿੰਦਿਆਂ ਹੋਇਆਂ ਸਤਿਗੁਰੂ ਅੰਗਦ ਦੇਵ ਸੱਚੇ ਪਾਤਸ਼ਾਹ ਜੀ ਨੇ ਗੁਰਬਾਣੀ ਦਾ ਇੱਕ ਸ਼ਲੋਕ ਉਚਾਰਿਆ। ਸ੍ਰੀ ਮੁਖ ਵਾਕ ਮਹੱਲਾ ਦੂਜਾ। ਜਿਸ ਪਿਆਰੇ ਸਿਓ ਨੇਹ, ਤਿਸ ਆਗੈ ਮਰ ਚੱਲੀਐ, ਤ੍ਰਿਗ ਜੀਵਨ ਸੰਸਾਰ ਤਾਕੈ ਪਾਛੈ ਜੀਵਣਾ। ਸਤਿਗੁਰੂ ਅੰਗਦ ਦੇਵ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਕਿ ਜਿਸ ਪਿਆਰੇ ਦੇ ਨਾਲ ਨੇਹ ਹੋਵੇ, ਪ੍ਰੇਮ ਹੋਵੇ, ਉਸ ਦੇ ਜਾਣ ਤੋਂ ਪਹਿਲਾਂ ਹੀ ਮਰ ਜਾਣਾ ਚਾਹੀਦਾ ਹੈ। ਕਹਿੰਦੇ ਨੇ ਕਿ ਉਸ ਦੇ ਜਾਣ ਤੋਂ ਪਿੱਛੋਂ ਇਸ ਦੁਨੀਆ ਦੇ ਉੱਤੇ, ਸੰਸਾਰ ਦੇ ਉੱਤੇ ਜੀਵਣਾ ਤ੍ਰਿਗ ਹੈ। ਕਹਿਣ ਤੋਂ ਭਾਵ ਇਹ ਹੈ ਕਿ ਸਤਿਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਦੇ ਨਾਲ ਪਿਆਰ ਸੀ, ਮੈਂ ਚਾਹੁੰਦਾ ਸੀ ਉਹਨਾਂ ਤੋਂ ਪਹਿਲਾਂ ਹੀ ਮਰ ਜਾਂਦਾ,
ਪਰ ਕਹਿੰਦੇ ਨੇ ਕਿ ਤ੍ਰਿਗ ਹੈ ਮੈਨੂੰ, ਮੈਂ ਉਹਨਾਂ ਦੇ ਪਿੱਛੋਂ ਵੀ ਦੁਨੀਆ ਦੇ ਉੱਤੇ ਜੀ ਰਿਹਾ। ਸਿਰੀ ਮੁਖ ਤੇ ਬੋਲ ਪ੍ਰਭੂ, ਸਭ बीच ਗੁਰੂ ਤਬ ਬੈਠ ਗਏ। ਆਪਣੇ ਮੁਖਾਰਬਿੰਦ ਤੋਂ ਇਸ ਤਰ੍ਹਾਂ ਦੇ ਬਚਨ ਕਰਕੇ ਸਤਿਗੁਰੂ ਅੰਗਦ ਦੇਵ ਸੱਚੇ ਪਾਤਸ਼ਾਹ ਜੀ ਫਿਰ ਬੈਠ ਗਏ। ਜੇ ਸਿੱਖ ਹੈ ਸਮੁਦਾਇ ਤਹਾਂ ਦਿਨ ਤੇ, ਦਰਸ਼ਨ ਕੋ ਪ੍ਰਸੰਨ ਕਏ। ਕਵੀ ਜੀ ਕਹਿੰਦੇ ਨੇ ਕਿ ਜਿਹੜੇ ਸਿੱਖ ਬਹੁਤ ਸਾਰੇ ਉਸ ਜਗ੍ਹਾ ਦੇ ਉੱਤੇ ਇਕੱਤਰ ਹੋਏ ਸਨ, ਉਹਨਾਂ ਸਾਰਿਆਂ ਨੂੰ ਦਰਸ਼ਨ ਦੇ ਕੇ ਸਤਿਗੁਰੂ ਅੰਗਦ ਦੇਵ ਸੱਚੇ ਪਾਤਸ਼ਾਹ ਜੀ ਨੇ ਪ੍ਰਸੰਨ ਕੀਤਾ। ਧੀਰਜ ਦੀਨ ਭਜੋ ਸਤਨਾਮ, ਰਹੇ ਤਿਸ ਧਾਮ ਆਹਾਰ ਖਏ। ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਸਾਰਿਆਂ ਨੂੰ ਧੀਰਜ ਦਿੱਤਾ ਹੈ ਔਰ ਉਪਦੇਸ਼ ਦਿੱਤਾ ਹੈ ਕਿ ਤੁਸੀਂ ਸੱਚੇ ਪਰਮੇਸ਼ਰ ਦੇ ਨਾਮ ਨੂੰ ਭਜੋ, ਉਸ ਨੂੰ ਜਪੋ। ਉਸ ਦਿਨ ਸਾਰੀ ਸੰਗਤ ਸਤਿਗੁਰੂ ਅੰਗਦ ਦੇਵ ਸੱਚੇ ਪਾਤਸ਼ਾਹ ਜੀ ਦੇ ਘਰ ਦੇ ਵਿੱਚ ਹੀ ਠਹਿਰੀ ਹੈ। ਸਾਰਿਆਂ ਨੇ ਪ੍ਰਸ਼ਾਦ ਪਾਣੀ ਛਕਿਆ। ਦਾਸ ਲਗੇ ਪਗ ਸੇਵਨ ਕੋ, ਅਹਮੇਵ ਬਿਨਾ ਗੁਰਦੇਵ ਥੀਏ। ਜਿਹੜੇ ਸਤਿਗੁਰੂ ਅੰਗਦ ਦੇਵ ਸੱਚੇ ਪਾਤਸ਼ਾਹ ਜੀ ਹੰਕਾਰ ਤੋਂ ਬਿਨਾ ਬੈਠੇ ਨੇ, ਉਹਨਾਂ ਸਤਿਗੁਰਾਂ ਦੇ ਚਰਨਾਂ ਦੀ ਸੇਵਾ ਦਾਸ ਕਰਨ ਲੱਗੇ। ਜੋ ਸਿੱਖ ਸੇਵਕ ਸ੍ਰੀ ਗੁਰੂ ਨਾਨਕ ਸੋ, ਸੁਣ ਕੇ ਸਭ ਹੈ ਆਵਤ ਤਾਈ। ਜਿੰਨੇ ਵੀ ਸਿੱਖ ਸੇਵਕ ਸਤਿਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਦੇ ਸਨ, ਉਹਨਾਂ ਨੂੰ ਜਦੋਂ ਇਸ ਤਰ੍ਹਾਂ ਪਤਾ ਲੱਗਾ ਤੇ ਸਾਰੇ ਉਸ ਜਗ੍ਹਾ ਦੇ ਉੱਤੇ ਪਹੁੰਚਣ ਲੱਗੇ। ਗਾਦੀ ਲਈ ਗੁਰਤਾ ਗੁਰ ਅੰਗਦ, ਸੋ ਬਿਦ ਤੇ ਸੁਣ ਪਾਵਤ ਹੈ। ਜਦੋਂ ਲੋਕਾਂ ਨੂੰ ਪਤਾ ਲੱਗਦਾ ਹੈ ਕਿ ਸਤਿਗੁਰੂ ਅੰਗਦ ਦੇਵ ਸੱਚੇ ਪਾਤਸ਼ਾਹ ਜੀ ਉਹ ਪ੍ਰਗਟ ਇਸ ਵੇਲੇ ਹੋਏ ਨੇ, ਜਿਨ੍ਹਾਂ ਨੂੰ ਸਤਿਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਨੇ ਗੁਰਿਆਈ ਦਿੱਤੀ ਸੀ। ਦੇਖਤ ਜੋਤ ਮਹਾਮੁਖ ਜਾਗਤ, ਜਿਉ ਨਟ ਸਾਂਗ ਬਨਾਵਤ ਹੈ। ਸਾਰੇ ਆਣ ਕੇ ਦੇਖਦੇ ਹਨ ਉਹ ਮਹਾਨ ਜੋਤ ਸਤਿਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਦੇ ਮੁਖੜੇ ਦੀ ਸਤਿਗੁਰੂ ਅੰਗਦ ਦੇਵ ਸੱਚੇ ਪਾਤਸ਼ਾਹ ਜੀ ਦੇ ਚਿਹਰੇ ਤੇ ਜਾਗਦੀ ਹੈ। ਜਿਸ ਤਰ੍ਹਾਂ ਕਹਿੰਦੇ ਨੇ ਕਿ ਨਟ ਹੁੰਦਾ ਹੈ, ਸਵਾਂਗੀ ਹੁੰਦਾ ਹੈ, ਉਹ ਬਹੁਤ ਸਾਰੇ ਜਿਹੜੇ ਭੇਖ ਨੇ ਨਾ ਉਹ ਬਣਾ ਲੈਂਦਾ। ਏਕ ਹੀ ਭੇਖ ਅਨੇਕ ਧਰੇ, ਸਭ ਲੋਕਣ ਕੋ ਬਿਰਮਾਵਤ ਹੈ। ਜਿਹੜਾ ਸਵਾਂਗੀ ਹੈ, ਜਿਹੜਾ ਤਰ੍ਹਾਂ ਤਰ੍ਹਾਂ ਦੇ ਭੇਖਾਂ ਨੂੰ ਧਾਰਨ ਕਰ ਲੈਂਦਾ ਹੈ, ਕਹਿੰਦੇ ਨੇ ਉਹ ਅਨੇਕਾਂ ਭੇਖਾਂ ਨੂੰ ਧਾਰਨ ਕਰਕੇ ਲੋਕਾਂ ਨੂੰ ਮਾਨੋ ਕਿ ਭਰਮਾ ਲੈਂਦਾ। ਗੁਰ ਤਾਰਥ ਪੇ ਗੁਰ ਸੂਰਜ ਦੂਸਰ, ਮਾਸ ਬਿਤੇ ਤਨ ਰਾਜਤ ਹੈ। ਇਸ ਵੇਲੇ ਮਾਨੋ ਕਿ ਸਤਿਗੁਰੂ ਅੰਗਦ ਦੇਵ ਸੱਚੇ ਪਾਤਸ਼ਾਹ ਜੀ ਜਿਹੜੇ ਕਿ ਦੂਸਰੇ ਸੂਰਜ ਪ੍ਰਗਟ ਹੋਏ ਨੇ ਔਰ ਕਹਿੰਦੇ ਨੇ ਕਿ ਸਭ ਕੇ ਤਨ ਰਾਜਤ ਹੈ। ਕਹਿਣ ਤੋਂ ਭਾਵ ਹੈ ਕਿ ਸਾਰਿਆਂ ਦੇ ਹਿਰਦੇ ਦੇ ਉੱਤੇ ਉਹ ਬਿਰਾਜ ਰਹੇ ਨੇ। ਮੋਹ ਅੰਧੇਰ ਕਦੂਰ ਕਰੇ, ਆਗ ਚੋਰ ਸ਼ਿਤਾਬ ਹੀ ਭਾਜਤ ਹੈ। ਹੁਣ ਜਿਹੜਾ ਕਿ ਸੂਰਜ ਚੜਿਆ ਹੈ ਸਤਿਗੁਰੂ ਅੰਗਦ ਦੇਵ ਸੱਚੇ ਪਾਤਸ਼ਾਹ ਜੀ ਦੇ ਰੂਪ ਦੇ ਵਿੱਚ, ਉਹ ਸੂਰਜ ਮੋਹ ਦੇ ਹਨੇਰੇ ਨੂੰ ਖਤਮ ਕਰਨ ਵਾਲਾ ਹੈ। ਔਰ ਜਦੋਂ ਮੋਹ ਦਾ ਹਨੇਰਾ ਖਤਮ ਹੁੰਦਾ ਹੈ ਤੇ ਫਿਰ ਜਿਹੜੇ ਕਹਿੰਦੇ ਨੇ ਕਿ ਪਾਪਾਂ ਰੂਪੀ ਚੋਰ ਨੇ ਨਾ ਉਹ ਦੌੜ ਜਾਂਦੇ। ਬ੍ਰਿੰਦ ਖੇਰੇ ਯਾਰ ਬਿੰਦ ਮਹਾ ਸਿੱਖ, ਪੇਚਕ ਨਿੰਦਕ ਲਾਜਤ ਹੈ। ਇਸ ਸੂਰਜ ਦੀ ਰੋਸ਼ਨੀ ਦੇ ਨਾਲ ਮਾਨੋ ਕਿ ਸਮੂਹ ਕਮਲਾਂ ਰੂਪੀ ਜਿਹੜੇ ਸਿੱਖ ਨੇ ਉਹ ਬਹੁਤ ਜ਼ਿਆਦਾ ਖਿੜ ਗਏ ਨੇ, ਤੇ ਜਿਹੜੇ ਪੇਚਕ ਨੇ ਭਾਵ ਕੇ ਜਿਹੜੇ ਉੱਲੂ ਰੂਪੀ ਨਿੰਦਕ ਨੇ ਨਾ ਉਹ ਸ਼ਰਮਿੰਦੇ ਹੋਏ ਨੇ। ਹੋਤ ਪ੍ਰਕਾਸ਼ ਚਾਹੂੰ ਦਿਸ਼ ਮੈਂ, ਤਿਮ ਗਿਆਨ ਹਿਰਦੈ ਉਪਰਾਜਤ ਹੈ। ਕਵੀ ਜੀ ਕਹਿੰਦੇ ਨੇ ਕਿ ਸਾਰਿਆਂ ਸਿੱਖਾਂ ਦੇ ਹਿਰਦੇ ਦੇ ਵਿੱਚ ਇਸ ਤਰ੍ਹਾਂ ਗਿਆਨ ਪੈਦਾ ਕਰਦੇ ਹਨ ਸਤਿਗੁਰੂ ਸੱਚੇ ਪਾਤਸ਼ਾਹ ਜੀ, ਜਿਸ ਤਰ੍ਹਾਂ ਮਾਨੋ ਕਿ ਸੂਰਜ ਪ੍ਰਕਾਸ਼ ਕਰਕੇ ਸਾਰੇ ਹਨੇਰੇ ਨੂੰ ਖਤਮ ਕਰ ਦਿੰਦਾ ਹੈ। ਸਾਰਬ ਭੌਜ ਮਹਾ ਮਹੀ ਪਾਲਕ, ਪੋਸ਼ਿਸ਼ ਪੂਰਬ ਕੀ ਤਜ ਕੇ। ਪ੍ਰਮਾਣ ਦਿੰਦੇ ਨੇ ਕਿ ਜਿਸ ਤਰ੍ਹਾਂ ਸਾਰੀ ਪ੍ਰਿਥਵੀ ਦਾ ਚੱਕਰਵਰਤੀ ਕੋਈ ਵੱਡਾ ਰਾਜਾ ਆਪਣੀ ਪਹਿਲੀ ਪਹਿਨੀ ਹੋਈ ਪੋਸ਼ਾਕ ਨੂੰ ਛੱਡ ਕੇ ਦੂਸਰੀ ਸੁੰਦਰ ਪੋਸ਼ਾਕ
पहन लैंदा है। सुंदर और नवीन धरै तन आए सभा थित है सज के। जिस तरह अपनी पुरानी पोशाक नूं ला के सुंदर सोहनी नवीं पोशाक धारण करके फिर सभा दे विच आण के बैठ जांदा है, इसे तरह मानो कि सतगुरु नानक देव सच्चे पातशाह जी ने अपने शरीर का बदलावा इस तरह किया है कि शरीर रूपी पोशाक नूं ला के अंगद रूपी जिहड़ी पोशाक है ना वो पहन ली। श्री गुर त्यों तर दूसर रूप विराजत सिख सुखी जज के। इसे ही तरीके दे नाल सतगुरु नानक देव सच्चे पातशाह जी ने मानो कि हुण दूसरा रूप धारिया होया और सभा दे विच विराज रहे ने सिख सुखी सज के। मानो कि सिख सुखी हुंदे हन चरणां नूं पूज के। सेवक एक ही जानत हैं गण निंदक नीच रहें लज के। कवि जी कहंदे ने कि जिहड़े सतगुरां दे सेवक ने ਉਹ ਤੇ ਇੱਕੋ ਹੀ ਸਰੂਪ ਮੰਨਦੇ ਨੇ ਸਤਿਗੁਰੂ ਨਾਨਕ ਨੂੰ ਔਰ ਸਤਿਗੁਰੂ ਅੰਗਦ ਦੇਵ ਸੱਚੇ ਪਾਤਸ਼ਾਹ ਜੀ ਨੂੰ, ਪਰ ਦੂਸਰੇ ਜਿਹੜੇ ਨਿੰਦਕ ਨੀਚ ਨੇ ਨਾ ਉਹ ਬਹੁਤ ਜ਼ਿਆਦਾ ਸ਼ਰਮਿੰਦੇ ਨੇ। ਜੋਤ ਤੇ ਜੋਤ ਪ੍ਰਕਾਸ਼ ਰਹੀ ਜਿਮ ਲਾਗੇ ਮਸਾਲ ਤੇ ਦੂਜੀ ਮਸਾਲਾ। ਕਵੀ ਜੀ ਪ੍ਰਮਾਣ ਦਿੰਦੇ ਨੇ ਕਿ ਜੋਤ ਤੋਂ ਜੋਤ ਮਾਨੋ ਕਿ ਪ੍ਰਗਟ ਹੋਈ ਹੈ, ਪ੍ਰਕਾਸ਼ਮਾਨ ਹੈ, ਜਿਸ ਤਰ੍ਹਾਂ ਇੱਕ ਜਗਦੀ ਹੋਈ ਮਸ਼ਾਲ ਤੋਂ ਦੂਸਰੀ ਮਸ਼ਾਲ ਨੂੰ ਜਗਾਇਆ ਜਾਂਦਾ ਹੈ। काट न बाढ़ बने कब हूं जोग होए समान प्रकाश बेसाला। जेकर एक जगदी हुई मशाल दे नाल दूसरी मशाल नूं जगा दिता जावे ते दूसरी जगन वाली जिहड़ी मशाल है ओदी भी रोशनी घट नहीं हुंदी, कहंदे ने इक्को जिही हुंदी है। इसे तरीके दे नाल मानो कि एक जोत तो दूसरी जोत बली है, मानो कि एक दीवे तो दूजा जिहड़ा दीवा है वह प्रकाशमान होया है। आन सुने उपदेश किते नर जाग उठे जिन भाग सो पाला। कहंदे ने कि जिन्हां दे मत्थे दे श्रेष्ठ भाग जागे ने ਉਹ सतगुरु अंगद देव सच्चे पातशाह जी दे चरणां दे विच पहुंचे ने और आण के सतगुरां दे उपदेश नूं माणिया है, धारण कीता है। श्री गुर नानक को नित ही चितवंत रहें बड़ रूप कृपाला। पर दूसरे पासे सतगुरु अंगद देव सच्चे पातशाह जी हमेशा ही सतगुरु नानक देव सच्चे पातशाह जी नूं याद करते रहंदे। बुढ़े सो गो छट नित ठान श्री सतगुर के चलत महाने। हुण सतगुरु अंगद देव सच्चे पातशाह जी बाबा बुढ़ा जी दे नाल हमेशा ही विचार दियां गोष्ठियां करते रहंदे ने और सतगुरु नानक देव सच्चे पातशाह जी दे कौतकां दे बारे पुछदे रहंदे ने। जन्म याद अब लग सो जान सो सब रीत भले बखान। एक दिन सतगुरु अंगद देव सच्चे पातशाह जी ने बाबा बुढ़ा जी नूं आख्या है कि जिहड़ा सतगुरु नानक देव सच्चे पातशाह जी दे जन्म आद तो सारी कथा नूं जानदा है ना, मैं चाहुंदा हां कि ऐसा कोई मनुख मिले और वो सतगुरां दियां कौतकां नूं दसे सुनावे। तब बुढ़ा बोलियो सुख पाए ऐसो एक पुरख लख जाए। उस वेले बाबा बुढ़ा जी ने हथ जोड़ के अर्ज कीती है, कहंदे ने हे सच्चे पातशाह ऐसा एक पुरख आदमी है जिहड़ा कि सतगुरु नानक देव सच्चे पातशाह जी नूं चंगी तरह जानदा है और जन्म तो लैके जानदा। बाला जाट वसे तलवंडी तिन बिलास देखियो नव खंडी। बाबा बुढ़ा जी ने आख्या कि बाला नां दा एक जट तलवंडी दे विच रहिंदा है। कहंदे ने कि तिन बिलास देखियो नव खंडी। उस भाई बाला ने मानो कि नवां ही खंडां दे दर्शन कीते ने और सतगुरु नानक देव सच्चे पातशाह जी दे नाल रहा। रयो संग सतगुर के सदा सो तुम दरस आए है जदा। बाबा बुढ़ा जी कहंदे ने कि वो भाई बाला हमेशा सतगुरु नानक देव सच्चे पातशाह जी दे नाल ही रहा है। कहंदे ने कि जदों तुहाडे दर्शन करन आवेगा तिस ते सुन सकल बिरथंता जथा चिरतर कीन भगवंता। कहंदे ने जदों बाला तुहाडे दर्शनां दे वास्ते आएगा फिर ओहदे तो सारे तुसीं जिहड़े कौतक ने ना
ਸਾਖੀਆਂ ਜਿਹੜੀਆਂ ਨੇ ਉਹ ਸੁਣ ਲਿਓ ਕਿ किस तरीके दे नाल भगवान सतगुरु नानक देव सच्चे पातशाह जी ने वड्डे कौतक कीते। एव विचारत बाला आयो गुर प्रसंग तिन सकल सुनायो। हुण कवि जी कहंदे ने कि समा पा के इस तरह फिर विचारदियां होया भाई बाला जी सतगुरु अंगद देव सच्चे पातशाह जी दे चरणां दे विच पहुंचे ने ते सतगुरु नानक देव सच्चे पातशाह जी दे सारे प्रसंग फिर भाई बाला जी ने आण के सतगुरु अंगद देव सच्चे पातशाह जी नूं सुनाए। सो हम पूरब ही कह आए छंद चौपई बंद बनाए। हुण कवि जी कहंदे ने कि जिहड़ी सतगुरु नानक देव सच्चे पातशाह जी दी कथा है ਉਹ ਤੇ मैं पहला ही बयान कर चुका हाँ छंदां दे विच चौपाइयां दे विच इस तरह बंदां दे विच बना के। श्री बाबा नानक जी जैसे करे प्रसंग सुने सब तैसे। कवि जी कह रहे हैं कि सतगुरु नानक देव सच्चे पातशाह जी जिस तरह दे सन जिस तरह दे उन्हां दे प्रसंग सन वो सारे मैं पहला बयान कर चुका। निस दिन प्रेम लग्यो तिन केरा सिमरै सतगुर सांझ सवेरा। हुण सतगुरु अंगद देव सच्चे पातशाह जी दे मन दे विच सतगुरु नानक देव सच्चे पातशाह जी दा प्रेम लग्या होया। सिमरै सतगुर सांझ सवेरा मानो कि सतगुरु अंगद देव सच्चे पातशाह जी सवेर तो लैके शाम तक सिमरन करते ने सतगुरु नानक नूं याद करते हैं। सोनी जन्म साखी गुर सारी कुछ विराग ते धीरज तारी। सतगुरु अंगद देव सच्चे पातशाह जी ने सतगुरु नानक देव सच्चे पातशाह जी दी जन्म तो लैके सारी जिहड़ी साखी है वो सुनी है। कुछ विराग ते धीरज धारी कहंदे ने थोड़ा जा विराग तो धीरज नूं धारण कीता। जिन सिखण के भाग विसाला सेवै बाणी सुने रसाला। जिन्ना सिखां दे वड्डे भाग जागे होए ने वो सतगुरां नूं सेवदे ने और उन्हां दी रसीली बाणी सुनदे ने। तौ गोरे अंगद इस ही रीता बोले अल्प न ठाने प्रीता। पर कहंदे ने तां वी सतगुरु अंगद देव सच्चे पातशाह जी दी इस तरह दी रीत है थोड़ा बोलते ने और कहते ने कि थोड़ा ही प्रीत करते ने दुनिया दे वल कोई प्रीति नहीं। बालक दशा बिखे नित रहें हरख शोक जिन लेश ना है। जेड़े सतगुरु अंगद देव सच्चे पातशाह जी नूं कोई हरख नहीं हुंदा कदे कोई सोग भी नहीं हुंदा लेश मात्र भी जेड़े हरख ते सोग नूं नहीं व्यापदे कहंदे ने कि बालकां दी दशा दे विच ही हमेशा रहिंदे। इस जगह दे उत्ते ग्रंथाकार भाई संतोख सिंह जी अपने इस अध्याय की समाप्ति करके नवे अगले अध्याय का प्रारंभ करते हैं। निता प्रति श्री सतगुरु एह बिद करत आचार सुनत उचारत सिख को भौजल कर है पार। कवि जी कहते ने कि निता प्रति सतगुरु अंगद देव सच्चे पातशाह जी इस तरह का आचरण वरतते ने। सुनत उचारत सिख को भौजल कर है पार मानो कि अपना उपदेश संगत नूं देंदे ने उचारदे ने ते सिख उन्हां दे उपदेश दे धारणी बन के इस संसार सागर तो पार उतरदे। जाम जामनी जागरण होए सेहजा तजै सैन की सोए। सतगुरु अंगद देव सच्चे पातशाह जी दा नित दा कर्म की है नित दा उन्हां दा नितनेम की है सारे दिन दा उस दे बारे गल करदे ने कवि जी। कहंदे ने कि पहर रात रहिंदी दे नाल ओह उठ जांदे ने अपनी सौण वाली जिहड़ी सेजा है ना ओनू छड़ देंदे। करें सोच पुन धोवें पावन पावन होण करें रद तावन। सारियां तो पहला उठ के मैदान जांदे ने फिर कहंदे ने कि हथ मूंह नूं धोंदे ने उस तो बाद दंदां नूं साफ करन दे वास्ते दातन करदे ने। बहुर बदन यार बृंद पखारे शीतल नीर शनान सुधारे। इस तो बाद चेहरे नूं धो के
फिर कहते ने कि ठंडे जल दे नाल इशनान करते हैं। निज आनंद में निश्चल होए लग समाध निर्विकल्प जोए। इशनान पानी करन तो बाद फिर कहते ने आनंद दे नाल निश्चल ना डोलन वाली समाधि दे विच सतगुरु सच्चे पातशाह जी लीन हुंदे ने। ऐसी सतगुरु अंगद देव सच्चे पातशाह जी दी समाधि लगदी है जिस दे विच कोई भी विकल्प या संकल्प नहीं उठदा। भाई प्रात सूरज जब निकसै कमल बिलोचन सुंदर बिकसै। कहंदे ने कि जदों प्रात हुंदी है, जदों सूरज दा चढ़ा हुंदा है, उस वेले कमल वर्गे नेत्र सतगुरु सच्चे पातशाह जी दे खुलदे ने। प्रथम दृष्ट जिस पर तब पर रोगी रोग दुखी दुख हरै। हुण कवि जी कहंदे ने कि जदों सतगुरु सच्चे पातशाह जी सूरज दे चढ़ा दे नाल अपने नेत्रां नूं खोलदे ने ते पहली सतगुरां दी जिहदे उत्ते भी दृष्टि पै जांदी है वो निहाल हो जांदा है। जे कोई रोगी हुंदा है ते उसदा रोग खत्म हो जांदा है, जे कोई दुखी हुंदा है ते उसदा दुख कटिया जांदा है। आद ब्याद बाधा जो पावै जान समो आगे चल आवै। हुण ये गल मशहूर हो गई है कि जदों सतगुरु जी दिन दे चढ़ा दे नाल नेत्र खोलदे ने ते जिहदे उत्ते उन्हां दी दृष्टि पै जांदी है ओहदे दुख कटे जांदे ने। कहंदे ने कि आद ब्याद उपाद दे जिहड़े रोगी ने ਉਹ ਸਮਾਂ ਜਾਣ ਕੇ ਕਿ ਜਦੋਂ ਸਤਿਗੁਰਾਂ ਨੇ ਨੇਤਰ ਖੋਲਣੇ ਨੇ ਅੱਗੇ ਆਣ ਕੇ ਖੜੇ ਹੋ ਜਾਂਦੇ ਨੇ। ਵਿਆਕਲ ਹੋਏ ਪੀਰ ਤੇ ਜੇਈ ਦ੍ਰਿਸ਼ਟ ਪਰੇ ਸੁਖ ਪਾਵੈ ਤੇਈ। ਜਿਹੜੇ ਵੀ ਪੀੜਾ ਦੇ ਨਾਲ ਬਹੁਤ ਜ਼ਿਆਦਾ ਵਿਆਕਲ ਹੁੰਦੇ ਨੇ, ਜਦੋਂ ਹੀ ਸਤਿਗੁਰਾਂ ਦੀ ਉਹਨਾਂ ਦੇ ਉੱਤੇ ਦ੍ਰਿਸ਼ਟੀ ਪੈਂਦੀ ਹੈ ਉਹਨਾਂ ਨੂੰ ਸੁਖਾਂ ਦੀ ਪ੍ਰਾਪਤੀ ਹੋ ਜਾਂਦੀ। ਭਾਈ ਜਗਤ ਮੈਂ ਬਿਦਤ ਸੋ ਬਾਤੀ ਆਏ ਅਨੇਕ ਖਰੇ ਹੋਏ ਪ੍ਰਾਤੀ। ਹੁਣ ਕਹਿੰਦੇ ਨੇ ਕਿ ਇਹ ਗੱਲ ਬਹੁਤ ਜ਼ਿਆਦਾ ਮਸ਼ਹੂਰ ਹੋ ਗਈ ਹੈ ਤੇ ਕਹਿੰਦੇ ਨੇ ਅਨੇਕਾਂ ਹੀ ਜਿਹੜੇ ਲੋਕ ਨੇ ਨਾ ਉਹ ਪ੍ਰਾਤੀ ਭਾਵ ਕੇ ਸਵੇਰ ਦੇ ਵੇਲੇ ਸਤਿਗੁਰਾਂ ਦੇ ਸਾਹਮਣੇ ਆਣ ਕੇ ਖੜੇ ਹੁੰਦੇ ਨੇ। ਸੰਕਟ ਨਸ਼ਟ ਸਦਨ ਸਿਧਾਰੈ ਜਹ ਕਹਿ ਸ੍ਰੀ ਗੁਰ ਸੁਜਸ ਬਿਥਾਰੈ। ਹੁਣ ਜਦੋਂ ਹੀ ਸਤਿਗੁਰੂ ਜੀ ਨੇਤਰ ਖੋਲਦੇ ਨੇ ਤੇ ਸਾਰਿਆਂ ਦੇ ਸੰਕਟ ਖਤਮ ਹੋ ਜਾਂਦੇ ਨੇ, ਆਪਣੇ ਘਰਾਂ ਨੂੰ ਜਾਂਦੇ ਨੇ ਸੁੱਖਾਂ ਨੂੰ ਪਾ ਕੇ ਤੇ ਜਿੱਥੇ ਕਿੱਥੇ ਜਾ ਕੇ ਸਤਿਗੁਰੂ ਅੰਗਦ ਦੇਵ ਸੱਚੇ ਪਾਤਸ਼ਾਹ ਜੀ ਦੀ ਸੋਭਾ ਕਰਦੇ। ਬਹੁਰ ਰਬਾਬੀ ਕੀਰਤਨ ਗਾਵੈ ਸੁਣੈ ਬੀਚ ਸੰਗਤ ਹਰ ਖਾਵੈ। ਇਸ ਤੋਂ ਇਲਾਵਾ ਜਿਹੜੇ ਰਬਾਬੀ ਨੇ ਉਹ ਗੁਰਬਾਣੀ ਦਾ ਕੀਰਤਨ ਕਰਦੇ ਨੇ, ਸੰਗਤ ਦੇ ਵਿੱਚ ਬੈਠ ਕੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਵੀ ਕੀਰਤਨ ਨੂੰ ਸੁਣਦੇ ਨੇ। ਬੈਠੇ ਰਹਿ ਸਿੰਘਾਸਣ ਫੇਰ ਸਿੱਖ ਸੰਗਤ ਸਭ ਦਰਸ਼ਨ ਹੇਰ। ਇਸ ਤੋਂ ਇਲਾਵਾ ਬਹੁਤਾ ਚਿਰ ਸਤਿਗੁਰੂ ਸੱਚੇ ਪਾਤਸ਼ਾਹ ਜੀ ਆਪਣੇ ਸਿੰਘਾਸਣ ਦੇ ਉੱਤੇ ਬੈਠੇ ਰਹਿੰਦੇ ਨੇ ਤੇ ਸਿੱਖ ਸੰਗਤ ਆਣ ਕੇ ਬਹੁਤਾ ਚਿਰ ਦਰਸ਼ਨ ਕਰਦੀ ਹੈ। ਸ੍ਰੀ ਗੁਰੂ ਨਾਨਕ ਕੀ ਸਦਾ ਚਰਚਾ ਕਰਤ ਉਦਾਰ ਜਥਾ ਚਿਰਤਰ ਪਵਿੱਤਰ ਬਹੁ ਜਗ ਵਿਚਿਤਰ ਵਿਸਤਾਰ। ਪਰ ਕਵੀ ਜੀ ਕਹਿੰਦੇ ਨੇ ਕਿ ਸਤਿਗੁਰੂ ਅੰਗਦ ਦੇਵ ਸੱਚੇ ਪਾਤਸ਼ਾਹ ਜੀ ਦੇ ਦਰਬਾਰ ਦੇ ਵਿੱਚ ਜ਼ਿਆਦਾਤਰ ਸਤਿਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਦੀ ਚਰਚਾ ਹੀ ਹੁੰਦੀ ਰਹਿੰਦੀ ਹੈ। ਜਥਾ ਚਰਿਤਰ ਪਵਿੱਤਰ ਬਹੁ ਜਗ ਵਿਚਿਤਰ ਵਿਸਤਾਰ ਕਹਿਣ ਤੋਂ ਭਾਵ ਹੈ ਕਿ ਜਿਸ ਤਰ੍ਹਾਂ ਗੁਰੂ ਜੀ ਦੇ ਪਵਿੱਤਰ ਚਰਿਤਰਾਂ ਦੀ ਖੂਬਸੂਰਤੀ ਦਾ ਫੈਲਾਅ ਸੀ ਉਹਨਾਂ ਦਾ ਹੀ ਵਰਣਨ ਹੁੰਦਾ ਹੈ। ਆਪਰ ਨ ਚਰਚਾ ਕੋਈ ਹੋਏ ਜਗ ਕਾਰਜ ਕੀ ਜੇ ਤਕ ਜੋਏ। ਸਿਰਫ ਸਤਿਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਦੀ ਚਰਚਾ ਹੁੰਦੀ ਹੈ ਦਰਬਾਰ ਦੇ ਵਿੱਚ, ਹੋਰ ਕੋਈ ਸੰਸਾਰੀ ਕੰਮਾਂ ਦੀ ਕੋਈ ਵੀ ਚਰਚਾ ਕਦੇ ਨਹੀਂ ਹੁੰਦੀ। ਸੂਪਕਾਰ ਕਰ ਤਿਆਰ ਆਹਾਰੂ ਸਭ ਰਸ ਪਾਕੈ ਸਵਾਦ ਉਦਾਰੂ। ਜਿਹੜਾ ਸੂਪਕਾਰ ਹੈ, ਜਿਹੜਾ ਰਸੋਈਆ ਹੈ, ਉਹ ਲੰਗਰ ਪਾਣੀ ਨੂੰ ਤਿਆਰ ਕਰਦਾ ਹੈ, ਲੰਗਰ ਪੱਕਦਾ ਹੈ ਸਵਾਦਮਈ ਜਿਹੜਾ ਕਿ ਪਵਿੱਤਰ ਹੈ। ਜਬ ਸੁਧ ਦੇਹ ਆਣ ਕਰ ਰਸੋਈ ਸ੍ਰੀ ਗੁਰੂ ਜੀ ਭਈ ਪਾਕ ਰਸੋਈ। ਪ੍ਰਸ਼ਾਦ ਪਾਣੀ ਨੂੰ ਤਿਆਰ ਕਰਕੇ ਰਸੋਈਆ ਆਣ ਕੇ ਸਤਿਗੁਰੂ ਅੰਗਦ ਦੇਵ ਸੱਚੇ ਪਾਤਸ਼ਾਹ ਜੀ ਨੂੰ ਖਬਰ ਦਿੰਦਾ ਹੈ ਕਿ ਇਹ ਸੱਚੇ ਪਾਤਸ਼ਾਹ ਜੀ ਰਸੋਈ ਪੱਕ ਕੇ ਤਿਆਰ ਹੋ ਗਈ।
उठ किरपाल तेह संग सिधार, सखा सिख सेवक ले सारे। उस वेले कृपालू गुरु जी उठ के उस दे नाल जांदे ने। सतगुरां दे सखा ते सिख नाल ही हुंदे ने। चतर वरण तह सम कर बैसै, जैसे रंग राव भी तैसै। कहंदे ने कि चारे ही वर्णां दे लोक इक्को जिहा मिल के बैठदे ने। जिस तरह रंग कंगाल बैठदे ने उसे तरह अमीर धनाड़ भी बहिंदे ने। माटी के बासन होए सारे, पतरन में अचले हारे। ਜਿਹੜੇ ਭਾਂਡੇ ਨੇ ਉਹ ਸਾਰੇ ਦੇ ਸਾਰੇ ਮਿੱਟੀ ਦੇ ਨੇ। ਉਹਨਾਂ ਭਾਂਡਿਆਂ ਦੇ ਵਿੱਚ ਦਾਲ ਸਬਜ਼ੀ ਪਾਈ ਜਾਂਦੀ ਹੈ। ਇਸ ਤੋਂ ਇਲਾਵਾ ਜਿਹੜਾ ਪ੍ਰਸ਼ਾਦਾ ਹੈ ਨਾ ਉਹ ਪੱਤਲਾਂ ਦੇ ਉੱਤੇ ਰੱਖ ਕੇ ਖਾਧਾ ਜਾਂਦਾ ਹੈ। पंकत बीच बैठ गुर खाए, एक समान असन अचवाए। हुण सारी संगत दे विच जिहड़ियां पंगतां लगदियां ने उसे पंगत दे विच बैठ के ही सतगुरु अंगद देव सच्चे पातशाह जी प्रशादा छकदे ने। एक समान असन अचवावे, सारियां नूं इक्को समान जिहड़ा लंगर है ना वो वरताया जांदा है। पुण जल पान रुचि कर ले, उठे गुरु पन एव करे है। कवि जी दस रहे ने सतगुरां दा नितनेम की है, उन्हां दा रोज दा रुझेवां किस तरह दा है। कहंदे ने कि प्रसाद पानी छकण तो बाद फिर जल पी के चुला करके फिर सतगुरु जी इंज करदे ने। ग्राम बाल के लेह बुलाए, हरख शोक जिन होए ना काए। कहंदे ने कि पिंड दे छोटे छोटे बच्चियां नूं उस वेले बुला लेंदे ने जिन्हां दे विच ना हरख है और ना ही सोग है। 300 मिल कर खेलै खेल, होए प्रसन्न मिलै सिस मेल। छोटे छोटे बच्चियां नूं सतगुरु जी बुला लेंदे ने ते फिर उन्हां छोटियां बच्चियां दे नाल छोटियां छोटियां बच्चियां वर्गियां खेडां खेडदे रहिंदे ने। इसे तरह प्रसन्न हुंदे ने बालकां नूं मिल के। पैर तीसरे एव बितावै, पहलवान तब गुरु बुलावै। कहंदे ने कि तीसरा पहर इसे तरह बतीत करदे ने। इस तो बाद सतगुरु सच्चे पातशाह जी फिर बहुत वड्डे वड्डे पहलवानां नूं बुलवा लैंदे ने। मिले आए बहु परे अखारा, फिरै आप मैं बल धर पारा। मल्लां नूं बुलाया जांदा है। अखाड़े दे विच जिहड़े पहलवान ने वो एक दूजे दे नाल घुलदे ने भिड़दे ने। कहंदे ने कि बहुत ज्यादा वड्डा घोल बल दे नाल ताकत दे नाल हुंदा है। कह कह तिनै पिरावण ठानै, कुश्ती करत जीत के हानै। आप कह कह के सतगुरु सच्चे पातशाह जी दोवां पासियां दियां दोवां धिरां नूं भिड़ाउंदे ने, कुश्तियां करदे ने। कहंदे ने कोई जित जांदा है ते कोई हार जांदा है। जाम दिवस के रहे बहोरी, श्री गुरदेव तजै तिस ठौरी। कवि जी कहंदे ने कि जदों दिन ढलण दे विच एक पहर रह जांदा है फिर सतगुरु सच्चे पातशाह जी उस जगह नूं छड्ड दिंदे ने। सभा विखे शुभ आसन बैसै, मुनगन सहित शंभू होए जैसे। फिर सभा दे विच आण के अपने आसन दे उत्ते बह जांदे ने। मानो कि सतगुरु अंगद देव सच्चे पातशाह जी बैठिया इस तरह प्रतीत होंदे ने कि जिवें शिव जी भगवान बैठे हों। चौं दिश परवारत सिख आए, रुचर रबाबी रागण गाए। फिर कहंदे ने कि चार सफेरे सतगुरां दे परिवार वांगू जिहड़े सिख ने वो भी आके बह जांदे ने ते जिहड़े रबाबी ने ना वो बहुत सुंदर कीर्तन गाउंदे ने रागां दे विच। सकल प्रेम कर सुने सो दास, जिन ते बृंद विकार विनाश। बहुते ही ज्यादा प्रेम दे नाल सारे जिहड़े दास ने वो कीर्तन नूं सुनदे ने। जिहड़े कीर्तन नूं सुनन दे नाल मानो कि बहुत वड्डे वड्डे विकार जिहड़े ना वो खत्म हो जांदे ने। संध्या समय सो होत एकांत, निज स्वरूप में ले भगवंत। जदों शामां दा समां हुंदा है फिर सतगुरु सच्चे पातशाह जी एकांत दे विच जाके बह जांदे ने और अपने निज स्वरूप दा आनंद ही लैंदे ने। बैठे एकांकी एक जाम,
पुन पर्यंक पर करें आराम। एक पहर तक सतगुरु सच्चे पातशाह जी इकल्ले ही एकांत दे विच बहिंदे ने। फिर सतगुरु सच्चे पातशाह जी आन के पलंग दे उत्ते आराम करदे ने। इस प्रकार निस दिवस बितावे सिखण ते वाहिगुरु जपावे। हुण कवि जी कहंदे ने कि इस तरीके दे नाल रात ते दिन सतगुरु सच्चे पातशाह जी बतीत करदे ने, अपने सिखां तो वाहिगुरु दे नाम दा जाप करवाउंदे ने। आपन टिग माया व्यवहार जिक्र न होण देह किस वार। कवि जी कहंदे ने कि किसी भी वेले अपने कोल माया दा जिहड़ा जिक्र है ना वो कदे भी सतगुरु जी नहीं होण दिंदे। हरख सोग जेतक बिद नाना इनको सिख ना करें बखाना। कोई भी खुशी दी या गमी दी गल होवे, किसी भी प्रकार दी गल होवे, इनको सिख ना करे बखाना। ये सतगुरु जी दे कोल कोई गल बखान नहीं करते। एक रस ब्रेत समान जिन केरी राग न द्वेष मित्र नहीं बैरी। एक रस दे विच सतगुरां दी बिरती समान है, इको जी है। ना राग है, ना द्वेष है, ना मित्रता है, ना वैरियां दा भाव है। भाव के इको जी समान बिरती दे मालक ने। सदा आनंद प्रेम रस पागे श्री नानक जस सोण नित लागे। सदा आनंद दे प्रेम दे रस दे विच गुरु जी मगन रहिंदे ने, पर सतगुरु नानक देव सच्चे पातशाह जी दे जस नूं हमेशा याद करदे ने। गोरख याद सिद्ध बड़ पूरे एक दिन कर विचार सब रूरे। हुण कवि जी कहंदे ने कि एक दिन गोरखनाथ ते जिन्ने भी सिद्ध वड्डे पूरे ने उन्हां ने कहंदे ने कि मिल के सुंदर विचार कीती। श्री नानक गादी पर जाउण कैसो अह विलो कै ताउण। सिद्धां ने सलाह कीती है कि जेड़ा इस वेले सतगुरु नानक देव सच्चे पातशाह जी दी गद्दी दे उत्ते बैठा होया है, देखिए कि वो किस तरह दा है। आप सोहते महद महियान कर दिग बिजे पुजे सब थान। सिद्धां ने विचार कीती है कि सतगुरु नानक देव सच्चे पातशाह जी आप दे बहुत वड्डियां तो वड्डे सन, और कहंदे ने कि जिथे किथे जाके उन्हां ने दिग विजय कीती है कि हर एक पासे नूं जित्तिया ते लोकां नूं अपने चरणां दे उत्ते निभाया। पीर न मीर अरियो नहीं आगे हार सर्व चरणी तिन लागे। सतगुरु नानक देव सच्चे पातशाह जी ऐसे सन जिन्हां दे सामने ना कोई पीर अड़िया ना कोई मीर अड़िया, सारे हार के चरणां दे उत्ते डिगे ने। इम विचार सब ही चल आए सतगुर को निज दर्श दिखाए। हुण सारे जिहड़े सिद्ध ने गोरखनाथ दे समेत वो सतगुरु अंगद देव सच्चे पातशाह जी नूं परखण दे वास्ते आए ने कि देखिए वाकया ही जिहड़ा नानक दी जगह दे उत्ते बैठा होया है वो नानक वर्गा है या कि नहीं है। सतगुर को निज दर्श दिखाए। सारे दे सारे गुरु अंगद जी दे कोल पहुंच गए ने। गोरख भरथर चरपट साथ गोपी चंद सो ईश्वर नाथ। कहंदे ने गोरखनाथ आया है, भरथरी आया है, चरपट आया है, गोपी चंद आया है, इस तो इलावा ईश्वर नाथ भी आया है। आए सतगुर लेन पर तगया पाए प्रतीत परम और भगया। कवि जी कहंदे ने कि सतगुरु अंगद देव सच्चे पातशाह जी दी ਪ੍ਰੀਖਿਆ ਲੈਣ ਦੇ ਵਾਸਤੇ ਆਏ ਨੇ। ਜਦੋਂ ਪ੍ਰੀਖਿਆ ਲੈਣਗੇ ਤੇ ਸਾਰਿਆਂ ਦੇ ਮਨ ਦੇ ਵਿੱਚ ਪ੍ਰਤੀਤ ਵੱਜੇਗੀ ਤੇ ਭਰਮ ਦਾ ਹਨੇਰਾ ਭੱਜ ਜਾਏਗਾ। श्री अंगद सिंहासन बैसे आए कही आदेश आदेशे। सतगुरु अंगद देव सच्चे पातशाह जी अपने सिंहासन दे उत्ते बैठे हुए सन। सारियां सिद्धां ने आण के आदेश आदेश आख्या। आदेश दा भाव हुंदा है नमस्कार। तिन के मन की सब गुर जानी सादर मदर भाख कर बानी। हुण अंतरजामी सतगुरु अंगद देव सच्चे पातशाह जी उन्हां दी मनोदशा नूं जाणदे ने। सतगुरु सच्चे पातशाह जी ने बड़े सत्कार दे नाल कोमल बचनां दे नाल
ਉਹਨਾਂ ਦਾ ਸਨਮਾਨ ਕੀਤਾ। ਬੈਠਾਰੇ ਆਸਣ ਸ਼ੁਭ ਦਏ ਗੋਰਖ ਆਦ ਪ੍ਰਸੰਨ ਮਨ ਪਏ। ਸਤਿਗੁਰੂ ਅੰਗਦ ਦੇਵ ਸੱਚੇ ਪਾਤਸ਼ਾਹ ਜੀ ਨੇ ਸਿੱਧਾਂ ਦਾ ਬੜਾ ਸਤਿਕਾਰ ਕੀਤਾ, ਚੰਗੇ ਆਸਨਾਂ ਦੇ ਉੱਤੇ ਬਿਠਾਇਆ। ਇਸ ਰੀਤੀ ਨੂੰ ਦੇਖ ਕੇ ਗੋਰਖਨਾਥ ਵਰਗੇ ਸਿੱਧ ਪ੍ਰਸੰਨ ਹੋਏ। ਕਹੇ ਅਸ਼ਟਾਂਗੈ ਜੋਗ ਮਹਾਤਮ ਬਿਨਾ ਜੋਗ ਨਹਿ ਨਿਰਮਲ ਆਤਮ। ਹੁਣ ਸਿੱਧਾਂ ਨੇ ਸਵਾਲ ਕਰਨੇ ਸ਼ੁਰੂ ਕੀਤੇ ਨੇ। ਕਹਿੰਦੇ ਨੇ ਕਿ ਅਸ਼ਟਾਂਗੈ ਜੋਗ ਮਹਾਤਮ, ਕਹਿੰਦੇ ਨੇ ਕਿ ਅਸ਼ਟਾਂਗ ਜੋਗ ਦਾ ਮਹਾਤਮ ਹੈ, ਜੋਗ ਦਾ ਫਲ ਹੈ। ਬਿਨਾ ਜੋਗ ਨਹੀਂ ਨਿਰਮਲ ਆਤਮ, ਕਹਿੰਦੇ ਨੇ ਕਿ ਜਿੰਨਾ ਚਿਰ ਜੋਗ ਦੀ ਸਾਧਨਾ ਨਹੀਂ ਕੀਤੀ ਜਾਂਦੀ ਉਹਨਾਂ ਚਿਰ ਜਿਹੜੀ ਆਤਮਾ ਹੈ ਨਾ ਉਹ ਨਿਰਮਲ ਸਾਫ਼ ਨਹੀਂ ਹੋ ਸਕਦੀ। ਪ੍ਰਥਮ ਸਕਲ ਜੇ ਭਾਏ ਮਹਾਨ ਕਰ ਕਰ ਜੋਗ ਸੋ ਪਾਇਓ ਗਿਆਨਾ। ਕਹਿੰਦੇ ਨੇ ਕਿ ਪਹਿਲਾਂ ਜਿੰਨੇ ਵੀ ਮਹਾਨ ਪੁਰਸ਼ ਹੋਏ ਨੇ ਸਾਰਿਆਂ ਨੇ ਕਹਿੰਦੇ ਨੇ ਕਿ ਜੋਗ ਦੀ ਸਾਧਨਾ ਕੀਤੀ ਹੈ ਤੇ ਜੋਗ ਦੀ ਸਾਧਨਾ ਦੇ ਨਾਲ ਹੀ ਉਹਨਾਂ ਨੂੰ ਗਿਆਨ ਦੀ ਪ੍ਰਾਪਤੀ ਹੋਈ। ਤੁਮ ਕਲਯੁਗ ਮੇ ਭੇ ਅਵਤਾਰ ਗੁਰਤਾ ਗਾਦੀ ਬੈਠ ਉਦਾਰ। ਸਿੱਧਾਂ ਨੇ ਸਵਾਲ ਕੀਤਾ ਹੈ ਸਤਿਗੁਰੂ ਅੰਗਦ ਦੇਵ ਸੱਚੇ ਪਾਤਸ਼ਾਹ ਜੀ ਨੂੰ। ਕਹਿੰਦੇ ਨੇ ਕਿ ਤੁਸੀਂ ਕਲਯੁਗ ਦੇ ਸਮੇਂ ਦੇ ਵਿੱਚ ਅਵਤਾਰ ਬਣ ਕੇ ਆਏ ਹੋ ਔਰ ਸਤਿਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਦੀ ਉਦਾਰ ਗੁਰਿਆਈ ਦੇ ਉੱਤੇ ਬੈਠੇ ਹੋ। ਜੋਗ ਜੁਗਤ ਨਹੀਂ ਪੰਥ ਤੁਮਾਰੇ ਕਿਸ ਪ੍ਰਕਾਰ ਸਿੱਖ ਕਰੋ ਉਧਾਰੇ। ਸਤਿਗੁਰੂ ਅੰਗਦ ਨੂੰ ਕਹਿੰਦੇ ਨੇ ਕਿ ਜੋਗ ਦੀ ਜੁਗਤੀ ਤੁਹਾਡੇ ਪੰਥ ਦੇ ਵਿੱਚ ਨਹੀਂ ਹੈ, ਤੁਹਾਡੇ ਧਰਮ ਦੇ ਵਿੱਚ ਇਸ ਤਰ੍ਹਾਂ ਦਾ ਕੋਈ ਪ੍ਰਚਾਰ ਨਹੀਂ ਹੈ। ਕਹਿੰਦੇ ਨੇ ਕਿਸ ਪ੍ਰਕਾਰ ਸਿੱਖ ਕਰੋ ਉਧਾਰੇ, ਤੇ ਤੁਸੀਂ ਕਿਹੜੇ ਤਰੀਕੇ ਦੇ ਨਾਲ ਆਪਣੇ ਸਿੱਖਾਂ ਨੂੰ ਪਾਰ ਉਤਾਰੋਗੇ। ਬਿਨਾ ਜੋਗ ਸਿੱਧ ਹਾਥ ਨਾ ਆਵਤ ਬਿਨਾ ਜੋਗ ਵਿਗਿਆਨ ਨਾ ਪਾਵਤ। ਕਹਿੰਦੇ ਨੇ ਕਿ ਬਗੈਰ ਜੋਗ ਕੀਤਿਆਂ ਜਿਹੜੀਆਂ ਸਿੱਧੀਆਂ ਨੇ ਉਹ ਹੱਥ ਦੇ ਵਿੱਚ ਨਹੀਂ ਆਉਂਦੀਆਂ ਤੇ ਬਿਨਾ ਜੋਗ ਕਰਨ ਤੋਂ ਵਿਗਿਆਨ ਦੀ ਪ੍ਰਾਪਤੀ ਵੀ ਨਹੀਂ ਹੁੰਦੀ, ਭਾਵ ਕਿ ਪੂਰਾ ਗਿਆਨ ਨਹੀਂ ਮਿਲਦਾ। ਗਿਆਨੀ ਸੰਤ ਅਨਕ ਜਗ ਪਾਏ ਜੋਗ ਸਾਧ ਸੋ ਪਰਮ ਪਦ ਲਏ। ਸਿੱਧ ਕਹਿੰਦੇ ਨੇ ਸਤਿਗੁਰਾਂ ਨੂੰ ਕਿ ਬੜੇ ਵੱਡੇ ਵੱਡੇ ਗਿਆਨੀ ਤੇ ਵੱਡੇ ਵੱਡੇ ਸੰਤ ਅਨੇਕ ਹੀ ਦੁਨੀਆ ਦੇ ਉੱਤੇ ਹੋਏ ਨੇ। ਕਹਿੰਦੇ ਨੇ ਸਾਰਿਆਂ ਨੇ ਜੋਗ ਦੀ ਸਾਧਨਾ ਕੀਤੀ ਹੈ ਤੇ ਜੋਗ ਦੀ ਸਾਧਨਾ ਕਰਨ ਦੇ ਨਾਲ ਉਹਨਾਂ ਨੇ ਪਰਮ ਪਦਵੀ ਨੂੰ ਪ੍ਰਾਪਤ ਕੀਤਾ ਹੈ। ਸੁਣ ਸ੍ਰੀ ਅੰਗਦ ਆਸ਼ੈ ਤਾਹੀ ਕਹਿਣ ਲੱਗੇ ਅਬ ਸਮਾਂ ਸੁਨਾਹੀ। ਸਤਿਗੁਰੂ ਅੰਗਦ ਦੇਵ ਸੱਚੇ ਪਾਤਸ਼ਾਹ ਜੀ ਉਹਨਾਂ ਦੇ ਆਸ਼ੇ ਤੋਂ ਇਰਾਦੇ ਤੋਂ ਜਾਣੂ ਨੇ। ਸਤਿਗੁਰੂ ਅੰਗਦ ਦੇਵ ਸੱਚੇ ਪਾਤਸ਼ਾਹ ਜੀ ਨੇ ਬਚਨ ਕੀਤਾ ਅਬ ਸਮਾਂ ਸੁਨਾਹੀ। ਕਹਿੰਦੇ ਨੇ ਸਿੱਧੋ ਗੱਲ ਤੇ ਤੁਹਾਡੀ ਬੜੀ ਵਧੀਆ ਹੈ ਪਰ ਕਹਿੰਦੇ ਨੇ ਉਹ ਸਮਾਂ ਹੁਣ ਨਹੀਂ। ਭਗਤੀ ਜੋਗ ਹੈ ਮਤੋ ਹਮਾਰਾ ਸਿੱਧਾ ਸਰਬ ਰਹਿ ਦਰਬਾਰਾ। ਸਤਿਗੁਰੂ ਅੰਗਦ ਦੇਵ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਕਿ ਭਗਤੀ ਜੋਗ ਦਾ ਜਿਹੜਾ ਮਤ ਹੈ ਨਾ ਉਹ ਸਾਡਾ ਹੈ ਔਰ ਜਿਹੜੀਆਂ ਤੁਸੀਂ ਸਿੱਧੀਆਂ ਦੀ ਗੱਲ ਕਰਦੇ ਹੋ ਸਿੱਧਾ ਸਰਬ ਰਹਿ ਦਰਬਾਰਾ। ਕਹਿੰਦੇ ਨੇ ਕਿ ਗੁਰੂ ਘਰ ਦੇ ਵਿੱਚ ਗੁਰੂ ਦੇ ਦਰਬਾਰ ਦੇ ਵਿੱਚ ਜਿਹੜੀਆਂ ਰਿੱਧੀਆਂ ਸਿੱਧੀਆਂ ਨੇ ਨਾ ਉਹ ਤੇ ਹਮੇਸ਼ਾ ਹੀ ਹਾਜ਼ਰ ਰਹਿੰਦੀਆਂ। ਆਤਮ ਗਿਆਨ ਭਗਤ ਹੀ ਦੇਤ ਭਗਤ ਕਰਤ ਸਭ ਹੀ ਸੁਖ ਲੇਤ। ਕਹਿੰਦੇ ਨੇ ਕਿ ਜਿਹੜੀ ਆਤਮਾ ਦੀ ਤੁਸੀਂ ਗੱਲ ਕਰਦੇ ਹੋ ਆਤਮਾ ਦਾ ਜਿਹੜਾ ਗਿਆਨ ਹੈ ਨਾ ਉਹ ਵੀ ਭਗਤੀ ਹੀ ਦਿੰਦੀ ਹੈ ਤੇ ਕਹਿੰਦੇ ਨੇ ਭਗਤੀ ਕਰਤ ਸਭ ਹੀ ਸੁਖ ਲੇਤ। ਜਿਹੜਾ ਭਗਤੀ ਕਰਦਾ ਹੈ ਉਹ ਸਾਰਿਆਂ ਹੀ ਸੁਖਾਂ ਨੂੰ ਮਾਣਦਾ ਹੈ। ਨਾਮ ਆਸ਼ਰੈ ਜੋਗ ਤੁਮਾਰਾ ਸੋ ਸਤ ਨਾਮ ਹਮੋ ਕੋ ਪਿਆਰਾ। ਕਹਿੰਦੇ ਨੇ ਕਿ ਜਿਹੜਾ ਜੋਗ ਹੈ ਤੁਹਾਡਾ ਉਹ ਵੀ ਨਾਮ ਦੇ ਆਸਰੇ ਦੇ ਉੱਤੇ ਹੈ ਔਰ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਕਿ ਨਾਮ ਸਾਨੂੰ ਸਾਰਿਆਂ ਤੋਂ ਜ਼ਿਆਦਾ ਪਿਆਰਾ ਹੈ। ਤਨ ਸਾਧਨ ਹਿਤ ਜੋਗ ਕਮਾਵੋ ਪੁਨ ਮਨ ਜੀਤੋ ਨੀਠ ਟਿਕਾਵੋ। ਸਤਿਗੁਰੂ ਅੰਗਦ ਦੇਵ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਕਿ ਤਨ ਨੂੰ ਸਾਧਨ ਦੇ ਵਾਸਤੇ ਸਰੀਰ ਨੂੰ ਸਾਧਨ ਦੇ ਵਾਸਤੇ ਤੁਸੀਂ ਜੋਗ ਦੀ ਕਮਾਈ ਕਰਦੇ ਹੋ ਤੇ ਫਿਰ ਮਸਾਂ ਮਨ ਦੇ ਉੱਤੇ ਜਿੱਤ ਨੂੰ ਪ੍ਰਾਪਤ ਕਰਦੇ ਹੋ, ਮਨ ਨੂੰ ਟਿਕਾ ਦੇ ਵਿੱਚ ਲਿਆਉਂਦੇ ਹੋ। ਸਿੱਧ ਆਏ ਤਬ ਠਾਂਡੀ ਹੋਏ 300 ਪਰਚੋ ਤੁਮਰੋ ਜੋਏ। ਫਿਰ ਕਹਿੰਦੇ ਨੇ ਕਿ ਜਦੋਂ ਸਿੱਧੀਆਂ ਆਣ ਕੇ ਤੁਹਾਡੇ
ਸਾਹਮਣੇ ਹੱਥ ਜੋੜ ਕੇ ਖੜੀਆਂ ਹੁੰਦੀਆਂ ਨੇ ਤੇ ਫਿਰ ਤੁਸੀਂ ਉਹਨਾਂ ਸ਼ਕਤੀਆਂ ਸਿੱਧੀਆਂ ਦੇ ਨਾਲ ਹੀ ਪਰਚ ਜਾਂਦੇ ਹੋ। ਬੈਸ ਬਦਾਮਣ ਆਦ ਕਰਾਚੇ ਜਗ ਦਿਖਰਾਏ ਮਾਨ ਕੋ ਜਾਚੇ। ਗੁਰੂ ਜੀ ਕਹਿੰਦੇ ਨੇ ਰਿੱਧੀਆਂ ਸਿੱਧੀਆਂ ਦੇ ਵਿੱਚ ਪਰਚ ਕੇ ਤੁਸੀਂ ਰਹਿ ਜਾਂਦੇ ਹੋ। ਫਿਰ ਕਹਿੰਦੇ ਨੇ ਰਿੱਧੀਆਂ ਸਿੱਧੀਆਂ ਦੇ ਨਾਲ ਆਪਣੀ ਉਮਰਾਂ ਨੂੰ ਬਹੁਤ ਜ਼ਿਆਦਾ ਵੱਡੀ ਵਧਾ ਲੈਂਦੇ ਹੋ। ਇਸ ਤਰ੍ਹਾਂ ਦੇ ਪ੍ਰਪੰਚ ਦੇ ਵਿੱਚ ਹੀ ਰਚੇ ਜਾਂਦੇ ਹੋ। ਦੁਨੀਆ ਦੇ ਲੋਕਾਂ ਨੂੰ ਆਪਣੀਆਂ ਕਰਾਮਾਤਾਂ ਦਿਖਾ ਕੇ ਮਾਣ ਕੋ ਜਾਚੇ। ਮੰਨੋ ਕਿ ਦੁਨੀਆ ਦੇ ਵਿੱਚ ਆਪਣੀਆਂ ਕਰਾਮਾਤਾਂ ਦਾ ਪ੍ਰਗਟਾਵਾ ਕਰਕੇ ਆਪਣੇ ਮਾਣ ਨੂੰ ਹੰਕਾਰ ਨੂੰ ਤੁਸੀਂ ਸੱਦਾ ਦਿੰਦੇ ਹੋ, ਉੱਚਾ ਕਰਦੇ। ਜਾਂ ਤੇ ਰਹੋ ਅਨਾਤਮ ਮਾਹੀ ਬ੍ਰਹਮ ਆਤਮ ਕੋ ਜਾਨੋ ਨਹੀਂ। ਸਤਿਗੁਰੂ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਇਸੇ ਕਰਕੇ ਮੰਨੋ ਕਿ ਤੁਸੀਂ ਅਨਾਤਮ ਰਹਿੰਦੇ ਹੋ, ਆਤਮਾ ਤੋਂ ਦੂਰ ਰਹਿੰਦੇ ਹੋ, ਅਨਾਤਮ ਦੇ ਵਿੱਚ ਰਹਿੰਦੇ ਹੋ। ਬ੍ਰਹਮ ਆਤਮ ਕੋ ਜਾਨੋ ਨਹੀਂ, ਇਸ ਕਰਕੇ ਕਹਿੰਦੇ ਨੇ ਕਿ ਨਾ ਤੁਸੀਂ ਬ੍ਰਹਮ ਨੂੰ ਜਾਣਦੇ ਹੋ ਤੇ ਨਾ ਹੀ ਆਤਮਾ ਦੀ ਪਛਾਣ ਕਰਦੇ ਹੋ। ਜੋਗ ਜੁਗਤ ਤੇ ਛੂਛੇ ਰਹੇ ਆਤਮ ਕੋ ਰਸ ਨਾਹਣ ਲਹੇ। ਸਤਿਗੁਰੂ ਸੱਚੇ ਪਾਤਸ਼ਾਹ ਜੀ ਸਿੱਧਾਂ ਨੂੰ ਕਹਿੰਦੇ ਨੇ ਕਿ ਇਸ ਤਰ੍ਹਾਂ ਕਰਨ ਦੇ ਨਾਲ ਜੋਗ ਦੀ ਜਿਹੜੀ ਜੁਗਤੀ ਹੈ ਉਹਦੇ ਤੋਂ ਤੁਸੀਂ ਸਖਣੇ ਰਹਿ ਜਾਂਦੇ ਹੋ ਤੇ ਆਤਮਾ ਦੇ ਰਸ ਨੂੰ ਕਦੇ ਵੀ ਪ੍ਰਾਪਤ ਨਹੀਂ ਕਰ ਸਕਦੇ। ਜਿਮ ਸ੍ਰੀ ਨਾਨਕ ਜੋਗ ਬਖਾਨਾ ਸੋ ਹਮ ਕਰ ਸੁਣੋ ਤੁਮ ਕਾਨਾ। ਸਤਿਗੁਰੂ ਅੰਗਦ ਦੇਵ ਸੱਚੇ ਪਾਤਸ਼ਾਹ ਜੀ ਨੇ ਸਿੱਧਾਂ ਨੂੰ ਆਖਿਆ ਹੈ ਕਿ ਜਿਸ ਤਰ੍ਹਾਂ ਦਾ ਜੋਗ ਸਤਿਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਨੇ ਆਖਿਆ ਹੈ ਨਾ, ਮੈਂ ਤੁਹਾਨੂੰ ਉਹ ਵਿਧੀ ਦੱਸਦਾ, ਕੰਨ ਦੇ ਕੇ ਸੁਣੋ ਕਿ ਸਤਿਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਨੇ ਕਿਸ ਤਰ੍ਹਾਂ ਦਾ ਯੋਗ ਧਾਰਨ ਦਾ ਉਪਦੇਸ਼ ਦਿੱਤਾ ਹੈ ਆਪਣੀ ਬਾਣੀ ਦੇ ਵਿੱਚ। ਉਸ ਵੇਲੇ ਫਿਰ ਸਤਿਗੁਰੂ ਅੰਗਦ ਦੇਵ ਸੱਚੇ ਪਾਤਸ਼ਾਹ ਜੀ ਨੇ ਸਤਿਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਦਾ ਉਚਾਰਿਆ ਹੋਇਆ ਸੂਈ ਰਾਗ ਦਾ ਸ਼ਬਦ ਇਸ ਤਰ੍ਹਾਂ ਪੜਿਆ। ਸੂਈ ਮਹੱਲਾ ਪਹਿਲਾ ਘਰ ਸਤਵਾਂ, ਏਕ ਓੰਕਾਰ ਸਤਿਗੁਰ ਪ੍ਰਸਾਦ। ਜੋਗ ਨਾ ਖਿੰਥਾ ਜੋਗ ਨਾ ਡੰਡਾ ਜੋਗ ਨਾ ਭਸਮ ਚੜਾਈਏ। ਹੁਣ ਸਤਿਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਦਾ ਇਹ ਉਚਾਰਿਆ ਹੋਇਆ ਸ਼ਬਦ ਹੈ ਜਿਹਦਾ ਅਰਥ ਇਸ ਤਰ੍ਹਾਂ ਬਣਦਾ ਹੈ, ਜੋਗ ਨਾ ਖਿੰਥਾ। ਕਹਿੰਦੇ ਨੇ ਕਿ ਜੋਗ ਖਿੰਥੇ ਨੂੰ ਗੋਦਰੀ ਨੂੰ ਧਾਰਨ ਕਰਨ ਦੇ ਨਾਲ ਨਹੀਂ ਹੁੰਦਾ। ਜੋਗ ਨਾ ਡੰਡਾ, ਡੰਡੇ ਨੂੰ ਹੱਥ ਦੇ ਵਿੱਚ ਫੜਨ ਦੇ ਨਾਲ ਵੀ ਕੋਈ ਜੋਗ ਨਹੀਂ ਹੁੰਦਾ, ਕਿਉਂਕਿ ਜੋਗੀ ਆਮ ਤੌਰ ਤੇ ਡੰਡਾ ਹੱਥ ਦੇ ਵਿੱਚ ਫੜਦੇ ਨੇ। ਜੋਗ ਨਾ ਖਿੰਥਾ ਜੋਗ ਨਾ ਡੰਡਾ ਜੋਗ ਨਾ ਭਸਮ ਚੜਾਈਐ। ਇਸ ਤੋਂ ਇਲਾਵਾ ਕਹਿੰਦੇ ਨੇ ਕਿ ਪਿੰਡੇ ਤੇ ਸਵਾਹ ਨੂੰ ਮਰਨ ਦੇ ਨਾਲ ਵੀ ਜੋਗ ਦੀ ਕਮਾਈ ਹੋ ਨਹੀਂ ਸਕਦੀ। ਜੋਗ ਨਾ ਮੁੰਦੀ ਮੂੰਡ ਮੁੰਡਾਈਐ ਜੋਗ ਨਾ ਸਿੰਗੀ ਵਾਈਐ। ਕਹਿੰਦੇ ਨੇ ਕਿ ਜੋਗ ਕੰਨਾਂ ਨੂੰ ਪਾੜ ਕੇ ਉਹਦੇ ਵਿੱਚ ਮੁੰਦਰਾਂ ਪਾਉਣ ਦੇ ਨਾਲ ਵੀ ਨਹੀਂ ਮਿਲਦਾ। ਕਹਿੰਦੇ ਨੇ ਕਿ ਸਿਰਾਂ ਨੂੰ ਮਨਾਉਣ ਦੇ ਨਾਲ, ਘੋਟ ਕੇ ਮਨਾਉਣ ਦੇ ਨਾਲ ਵੀ ਜੋਗ ਦੀ ਪ੍ਰਾਪਤੀ ਨਹੀਂ ਹੁੰਦੀ। ਇਸ ਤੋਂ ਇਲਾਵਾ ਕਹਿੰਦੇ ਨੇ ਕਿ ਜੋਗ ਨਾ ਸਿੰਗੀ ਮਾਈ ਹੈ। ਹਿਰਨ ਦੇ ਸਿੰਗ ਤੋਂ ਜਿਹੜਾ ਬਣਿਆ ਹੁੰਦਾ ਵਾਜਾ ਹੈ ਉਹਨੂੰ ਕਹਿੰਦੇ ਨੇ ਸਿੰਗੀ। ਇਹ ਨਾਦ ਸਿੰਗੀ ਦਾ ਵਜਾਉਂਦੇ ਨੇ। ਕਹਿੰਦੇ ਨੇ ਕਿ ਜਿਹੜਾ ਤੁਸੀਂ ਸਿੰਗੀ ਨਾਦ ਵਜਾਉਂਦੇ ਹੋ ਉਹਦੇ ਨਾਲ ਵੀ ਜੋਗ ਦੀ ਪ੍ਰਾਪਤੀ ਨਹੀਂ ਹੁੰਦੀ। ਅੰਜਨ ਮਾਹਿ ਨਿਰੰਜਨ ਰਹੀਐ ਜੋਗ ਜੁਗਤ ਏਵ ਪਾਈਐ। ਕਹਿੰਦੇ ਨੇ ਕਿ ਅੰਜਨ ਮਾਹਿ ਨਿਰੰਜਨ ਰਹੀਐ। ਅੰਜਨ ਕਹਿੰਦੇ ਨੇ ਕਾਲਖ ਨੂੰ, ਭਾਵ ਕਿ ਮਾਇਆ ਰੂਪੀ ਸੁਰਮੇ ਕਾਲਖ ਦੇ ਵਿੱਚ ਰਹਿੰਦਿਆਂ ਹੋਇਆਂ ਵੀ ਜੇਕਰ ਤੁਸੀਂ ਉਸ ਮਾਇਆ ਰੂਪੀ ਕਾਲਖ ਤੋਂ ਬਚ ਜਾਂਦੇ ਹੋ, ਜੋਗ ਜੁਗਤ ਏਵ ਪਾਈਐ। ਇਸ ਤਰੀਕੇ ਦੇ ਨਾਲ ਕਹਿੰਦੇ ਨੇ ਕਿ ਜੋਗ ਦੀ ਜੁਗਤੀ ਨੂੰ ਪਾਇਆ ਜਾਂਦਾ ਹੈ। ਗੱਲੀ ਜੋਗ ਨਾ ਹੋਈ। ਸਤਿਗੁਰੂ ਸੱਚੇ ਪਾਤਸ਼ਾਹ ਜੀ ਉਪਦੇਸ਼ ਦਿੰਦੇ ਨੇ ਕਿ ਗੱਲਾਂ ਕਰਨ ਦੇ ਨਾਲ ਜੋਗ ਦੀ ਪ੍ਰਾਪਤੀ ਨਹੀਂ ਹੁੰਦੀ। ਏਕ ਦ੍ਰਿਸ਼ਟ ਕਰ ਸੰਸਰ ਜਾਣਾ ਜੋਗੀ ਕਹੀਏ ਸੋਈ। ਕਹਿੰਦੇ ਨੇ ਕਿ ਜਿਸ ਜੋਗੀ ਦੀ ਸਮਾਨ ਦ੍ਰਿਸ਼ਟੀ ਹੁੰਦੀ ਹੈ, ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਕਿ ਨਜ਼ਰ ਜਿਹਦੀ ਇੱਕੋ ਵਰਗੀ ਹੁੰਦੀ ਹੈ। ਏਕ ਦ੍ਰਿਸ਼ਟ ਕਰ ਸੰਸਰ ਜਾਣਾ, ਜਿਹੜਾ ਇੱਕ ਦ੍ਰਿਸ਼ਟੀ ਦੇ ਨਾਲ ਸਾਰਿਆਂ ਨੂੰ ਸਮ ਕਰਕੇ ਦੇਖਦਾ ਹੈ, ਜੋਗੀ ਕਹੀਏ ਸੋਈ, ਉਸ ਨੂੰ ਹੀ ਅਸਲੀ ਜੋਗੀ ਆਖਿਆ ਜਾਂਦਾ ਹੈ। ਰਹਾਓ ਜੋਗ ਨਾ ਬਾਹਰ ਮੜੀ ਮਸਾਣੀ ਜੋਗ ਨਾ ਤਾੜੀ ਲਾਈਏ। ਕਹਿੰਦੇ ਨੇ ਕਿ ਨਾ ਜੋਗ ਬਾਹਰ ਹੈ ਜੰਗਲਾਂ ਦੇ ਵਿੱਚ, ਨਾ ਮੜੀਆਂ ਤੇ ਮਸਾਣਾ ਦੇ ਵਿੱਚ ਹੈ, ਤੇ ਨਾ ਹੀ ਜੋਗੀ ਵੱਡੀ ਸਮਾਧੀ ਤਾੜੀ ਨੂੰ ਲਾਉਣ ਦੇ ਵਿੱਚ ਹੀ ਹੈ। ਜੋਗ ਨਾ ਦੇਸ ਦਿਸੰਤਰ ਭਵੀਐ ਜੋਗ ਨਾ ਤੀਰਥ ਨਾਈਐ। ਕਹਿੰਦੇ ਨੇ ਕਿ ਨਾ ਜੋਗ ਮਿਲਦਾ ਹੈ ਦੇਸ਼ਾਂ ਦਿਸ਼ਾਂਤਰਾਂ ਦਾ ਰਟਨ ਕਰਨ ਦੇ ਨਾਲ, ਨਾ ਜੋਗ ਮਿਲਦਾ ਹੈ ਵੱਡੇ ਵੱਡੇ ਤੀਰਥਾਂ ਦੇ ਨਹਾਉਣ ਦੇ ਨਾਲ। ਅੰਜਨ ਮਾਹਿ ਨਿਰੰਜਨ ਰਹੀਐ ਜੋਗ ਜੁਗਤ ਏਵ ਪਾਈਏ। ਕਹਿੰਦੇ ਨੇ ਕਿ ਮਾਇਆ ਰੂਪੀ ਸੁਰਮਾ ਕਾਲਖ ਤੋਂ
जेकर रहत रहिंदे हो ते कहंदे ने कि फिर तुसीं योग दी जुगती नूं प्राप्त कर सकदे हो। इस तरीके दे नाल योग दी प्राप्ति हुंदी। सतगुर भेटे तां सहसा टूटै, धावत वर्ज रहाइए। अगे सतगुरु सच्चे पातशाह जी कहंदे ने कि जे सतगुरु भेटे तां सहसा टूटै, फिर कहंदे ने कि जिहड़ा शंका है वो टुट जांदा है। धावत वर्ज रहाइए, ते जिहड़ा दौड़ रिहा मन है ना उस नूं फिर कंट्रोल दे विच रखना चाहिए। निजर झरे सहज धुन लागै, घर ही परचा पाइए। कहंदे ने एक रस झड़दा है ब्रह्म दा आनंद, ਉਹਦੇ ਵਿੱਚ ਧੁਨ ਲੱਗਦੀ ਹੈ, ਘਰ ਹੀ ਪਰਚਾ ਪਾਈਏ। ਕਹਿੰਦੇ ਨੇ ਕਿ ਉਪਦੇਸ਼ ਵਿਸ਼ੇਸ਼ ਗਿਆਨ ਦਾ ਮੇਲ ਜਿਹੜਾ ਹੈ ਨਾ ਉਹ ਪਰਚਾ ਘਰ ਦੇ ਵਿੱਚ ਹੀ ਪਾਇਆ ਜਾਂਦਾ ਹੈ। ਅੰਜਨ ਮਾਹਿ ਨਿਰੰਜਨ ਰਹੀਏ, ਜੋਗ ਜੁਗਤ ਇਵ ਪਾਈਏ। ਉਸੇ ਹੀ ਗੱਲ ਦਾ ਫਿਰ ਜ਼ਿਕਰ ਕਰਦੇ ਨੇ ਕਿ ਜਿਹੜਾ ਮਾਇਆ ਰੂਪੀ ਕਾਲਕ ਦੇ ਵਿੱਚ ਰਹਿ ਕੇ ਫਿਰ ਵੀ ਉਸ ਮਾਇਆ ਰੂਪੀ ਕਾਲਕ ਤੋਂ ਨਿਰੰਜਨ ਰਹਿੰਦਾ ਹੈ, ਦੂਰ ਰਹਿੰਦਾ ਹੈ, ਜੋਗ ਜੁਗਤ ਇਵ ਪਾਈਏ, ਉਸੇ ਨੂੰ ਜੋਗ ਦੀ ਜੁਗਤੀ ਮਿਲਦੀ। नानक जीवत्या मर रही है, ऐसा जोग कमाइए। सतगुरु नानक देव सच्चे पातशाह जी अपने इस शब्द दे विच बयान करते हैं कि जिहड़ा मनुख जीउंदियां ही मर के रहिंदा है, ऐसा जोग कमाइए। मानो कि जीवन मुक्त होना चाहिए, जीउंदियां ही मरिया वर्गा रहना चाहिए, ऐसा जोग कमाइए, ऐसे जोग की कमाई करनी चाहिए। आवाजे बाजो सिंगी वाजै, तो निरभौ पद पाइए। कहते हैं कि बगैर वजाउण तो ही वाजा अपने आप ही वजे तां निरभौ पदवी की प्राप्ति मिलती। अंजन माह निरंजन रहीए, जोग जुगत इव पाइए। अंजन माह निरंजन रहीए भाव के माया रूपी कालक दे विच रहिंदियां होयां फिर भी उस माया रूपी कालक तो निर्लेप रहीए, जोग जुगत तौ पाइए। तां कहंदे ने कि जोग जुगत की प्राप्ति हुंदी है। इस तरीके दे नाल सतगुरु अंगद देव सच्चे पातशाह जी ने सतगुरु नानक देव सच्चे पातशाह जी का उचारिया होया शब्द बयान किया। सुनो नाथ हमराए जोग, पाए परमात्म जाए वियोग। हुण सतगुरु अंगद देव सच्चे पातशाह जी कहंदे ने हे नाथो, हे सिद्धो, सुनो असी इस तरह के जोग दे धारणे हां, पाए परमात्मा, असी इस तरह परमात्मा की प्राप्ति करते हां, जाए वियोग, जिस दे नाल फिर वियोग मिट जाता है। सहज जोग संतन मत ऐसे, संशय भरम न कीजे कैसे। कहते ने कि सहज जोग संतां दा मत है, संशय भरम न कीजे कैसे। इस करके कोई भरम ना करो और इस तो इलावा कोई भी शंका धारण ना करो। इस तो इलावा सतगुरु सच्चे पातशाह जी ने गुरबाणी का एक होर प्रमाण दिता। दीख्या आख बुझाया, सिफती सच समयो, तिनको क्या उपदेसी है, जिन गुरु नानक देओ। ये भी सतगुरु अंगद देव सच्चे पातशाह जी ने प्रमाण दिता। इम सुन सेध पाए सो प्रसन्न, श्री नानक तुम रूप सो तन। जदों सतगुरु अंगद देव सच्चे पातशाह जी ने इस तरह का बयान किया, उस वेले सारे सिद्ध सतगुरां दे बचनां नूं सुन के प्रसन्न होए ने ते कहंदे ने श्री नानक तुम रूप सो तन। वाकया ही तुसीं सतगुरु नानक देव सच्चे पातशाह जी दा स्वरूप हो और तुसीं धनता दे योग हो। उचित जान तुम को दई गादी, सिख उदारो कर हलादी। कहंदे ने कि तुहानूं उचित जान के, तुहानूं योग जान के तां ही सतगुरु नानक देव सच्चे पातशाह जी ने अपनी गुरियाई तुहानूं दित्ती हुई है। सिख उधारो करो अहलादी। कहंदे ने कि तुसीं सिखां दा उधार करोगे समेत खुशी दे अहलाद दे। कार्य आदेश या देश चले हैं, उत्तर लेकर कहत भले हैं। इस तो बाद सारियां ने आदेश देश आखी है और उथों चल पे ने उत्तर लेकर कहत भले हैं। कवि जी कहंदे ने कि उत्तर चंगा लैके कहंदे ने भले हैं कि गुरु अंगद चंगे ने। श्री नानक कल युग में पारे, तारे अवतार अदक नर तारे। कहंदे ने कि सतगुरु नानक देव सच्चे पातशाह जी कल युग दे विच भारे वड्डे गुरु ने और अपने अवतारां नूं अगे धार धार के अनेकां ही मनुखां दा पार उतारा अगे भी करनगे। मार्ग सकल सराहत गए, उचित लखे निज थल थित गए।
ਸਾਰੇ ਰਸਤੇ ਦੇ ਵਿੱਚ ਕਹਿੰਦੇ ਨੇ ਕਿ ਸ਼ਲਾਘਾ ਹੀ ਕਰਦੇ ਗਏ ਨੇ ਕਿ ਸਤਿਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਨੇ ਉਚਿਤ ਚੰਗਾ ਯੋਗ ਜਾਣ ਕੇ ਹੀ ਇਹਨਾਂ ਨੂੰ ਆਪਣੀ ਜਗ੍ਹਾ ਦੇ ਉੱਤੇ ਨਿਯੁਕਤ ਕੀਤਾ ਹੈ, ਬਿਠਾਇਆ। ਹਿਮ ਸ੍ਰੀ ਅੰਗਦ ਉੱਤਰ ਦੀਨੇ, ਸਿੱਖ ਚੌਹ ਦੇਸ਼ ਵਿੱਚ ਆਪ ਅਸੀਨੇ। ਕਵੀ ਜੀ ਕਹਿੰਦੇ ਨੇ ਕਿ ਇਸ ਤਰੀਕੇ ਦੇ ਨਾਲ ਉਸ ਵੇਲੇ ਸਤਿਗੁਰੂ ਅੰਗਦ ਦੇਵ ਸੱਚੇ ਪਾਤਸ਼ਾਹ ਜੀ ਨੇ ਸਿੱਧਾਂ ਨੂੰ ਉੱਤਰ ਦਿੱਤਾ। 4 ਚੁਫੇਰੇ ਸਿੱਖ ਬੈਠੇ ਹੋਏ ਸੀ ਤੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਸਾਰਿਆਂ ਦੇ ਵਿੱਚ ਬਿਰਾਜਮਾਨ ਸਨ। ਇਸ ਪ੍ਰਕਾਰ ਕੁਛ ਦਿਵਸ ਬਿਤਾਏ, ਦਿਨ ਪ੍ਰਤੀ ਬਿਦਤੈ ਜਗਤ ਕਾਏ। ਇਸੇ ਤਰੀਕੇ ਦੇ ਨਾਲ ਕਵੀ ਜੀ ਕਹਿੰਦੇ ਨੇ ਕਿ ਕਾਫੀ ਸਾਰੇ ਦਿਨ ਬਤੀਤ ਹੋ ਗਏ, ਦਿਨ ਪ੍ਰਤੀ ਦਿਨ ਸਤਿਗੁਰੂ ਅੰਗਦ ਦੇਵ ਸੱਚੇ ਪਾਤਸ਼ਾਹ ਜੀ ਦਾ ਜਿਹੜਾ ਜਸ ਹੈ ਨਾ ਉਹ ਦੂਰ ਦੂਰ ਤੱਕ ਫੈਲਦਾ ਹੈ। ਦਿੱਲੀ ਕਾ ਹੁਮਾਯੂੰ ਪਾਸ਼ਾਹੂ, ਪਾਇਓ ਰਾਜ ਬੜ ਸਭ ਜਗ ਮਾਹੂ। ਕਹਿੰਦੇ ਨੇ ਕਿ ਇਸੇ ਹੀ ਸਮੇਂ ਦੌਰਾਨ ਦਿੱਲੀ ਦੇ ਤਖਤ ਦੇ ਉੱਤੇ ਹੁਮਾਯੂੰ ਜਿਹੜਾ ਬਾਦਸ਼ਾਹ ਹੈ ਨਾ ਉਹ ਬੈਠਿਆ। ਪਾਇਓ ਰਾਜ ਬੜ ਸਭ ਜਗ ਮਾਹੂ, ਕਹਿੰਦੇ ਨੇ ਕਿ ਸਾਰੀ ਜਗ੍ਹਾ ਦੇ ਉੱਤੇ ਉਸ ਹੁਮਾਯੂੰ ਦਾ ਰਾਜ ਹੋਇਆ। ਇਹ ਹੁਮਾਯੂੰ ਬਾਬਰ ਦਾ ਪੁੱਤਰ ਤੇ ਅਕਬਰ ਦਾ ਪਿਤਾ ਸੀ। ਹੁਮਾਯੂੰ ਦਾ ਕਹਿੰਦੇ ਨੇ ਰਾਜ ਸਥਾਪਿਤ ਹੋਇਆ। ਦ્વੈ ਭਰਾਤਾ ਪਠਾਨ ਬੜ ਸੂਰੇ, ਬਾੜਿਓ ਮਰਾਵ ਸੋ ਕੀਨ ਹਦੂਰੇ। ਕਹਿੰਦੇ ਨੇ ਕਿ ਉਸੇ ਹੀ ਸਮੇਂ ਦੌਰਾਨ 2 ਸਕੇ ਭਰਾ ਪਠਾਨ ਬਹੁਤ ਵੱਡੇ ਸੂਰਮੇ ਸਨ। ਬੇਗਰ ਪਰੇ ਦਿੱਲੀ ਪਤ ਸੰਗ, ਗਰ ਪਠਾਨ ਚਾਹਤ ਪੇ ਜੰਗ। ਉਹ ਜਿਹੜੇ ਦੋਵੇਂ ਭਰਾ ਪਠਾਨ ਸਨ ਕਹਿੰਦੇ ਨੇ ਕਿ ਉਹ ਦਿੱਲੀ ਦੇ ਬਾਦਸ਼ਾਹ ਦੇ ਨਾਲ ਵਿਗੜ ਗਏ, ਭਾਵ ਕਿ ਹੁਮਾਯੂੰ ਦੇ ਨਾਲ ਉਹ ਵਿਗੜ ਗਏ ਤੇ ਉਹਨਾਂ ਨੇ ਹੰਕਾਰ ਨੂੰ ਧਾਰਨ ਕੀਤਾ ਤੇ ਉਹ ਹੁਮਾਯੂੰ ਦੇ ਨਾਲ ਜੰਗ ਕਰਨ ਦੀ ਚਾਹ ਰੱਖਦੇ ਨੇ। ਏਕ ਸਲੇਮ ਸ਼ਾਹ ਤਿਸ ਨਾਮ, ਸ਼ੇਰ ਸ਼ਾਹ ਦੂਸਰ ਬਲਧਾਮ। ਹੁਣ ਕਵੀ ਜੀ ਉਹਨਾਂ ਦੋਵਾਂ ਦਾ ਨਾਂ ਦੱਸਦੇ ਨੇ। ਕਹਿੰਦੇ ਨੇ ਕਿ ਇੱਕ ਦਾ ਨਾਂ ਸੀ ਸਲੇਮ ਸ਼ਾਹ, ਅਸਲ ਦੇ ਵਿੱਚ ਉਸ ਦਾ ਨਾਂ ਸੀ ਸੁਲੇਮਾਨ। ਉਸ ਨੂੰ ਸ਼ਾਰਟਕਟ ਦੇ ਵਿੱਚ ਥੋੜੇ ਸ਼ਬਦਾਂ ਦੇ ਵਿੱਚ ਕਵੀ ਜੀ ਨੇ ਸਲੇਮ ਲਿਖਿਆ। ਕਹਿੰਦੇ ਨੇ ਇੱਕ ਦਾ ਨਾਂ ਸਲੇਮ ਸੀ ਤੇ ਦੂਸਰੇ ਦਾ ਨਾਂ ਸੀ ਸ਼ੇਰ ਸ਼ਾਹ, ਜਿਹਨੂੰ ਕਿ ਸ਼ੇਰ ਸ਼ਾਹ ਸੂਰੀ ਆਖਿਆ ਜਾਂਦਾ ਹੈ। ਇਤਿਹਾਸ ਦੇ ਵਿੱਚ ਸ਼ੇਰ ਸ਼ਾਹ ਸੂਰੀ ਦਾ ਬਹੁਤ ਜ਼ਿਆਦਾ ਵੱਡਾ ਨਾਂ ਹੈ। ਕਹਿੰਦੇ ਨੇ ਕਿ ਦੋਵੇਂ ਸਕੇ ਭਰਾ ਬੜੇ ਤਾਕਤ ਦੇ ਘਰ ਸਨ। ਆਕੀ ਦੁਰਗ ਪ੍ਰਯਾਗ ਕਰ ਲੀਨਾ, ਸਕਲ ਸਮਾਜ ਯੁੱਧ ਕੋ ਕੀਨਾ। ਕਹਿੰਦੇ ਨੇ ਕਿ ਇਹਨਾਂ ਦੋਵਾਂ ਨੇ ਪ੍ਰਯਾਗ ਦਾ ਜਿਹੜਾ ਕਿਲਾ ਸੀ, ਭਾਵ ਕਿ ਇਲਾਹਾਬਾਦ ਦਾ ਜਿਹੜਾ ਕਿਲਾ ਸੀ, ਉਸ ਨੂੰ ਆਕੀ ਕਰ ਲਿਆ। ਉਸ ਦੇ ਵਿੱਚ ਯੁੱਧ ਦਾ ਸਾਰਾ ਜਿਹੜਾ ਸਮਾਨ ਸੀ ਨਾ ਇਕੱਠਾ ਕਰਕੇ ਰੱਖ ਲਿਆ। ਸੁਣ ਹੁਮਾਯੂੰ ਨੇ ਕੀਨ ਚੜਾਈ, ਮੋਪੇ ਸੈਨਾ ਬਹੁਤ ਸਮੁਦਾਈ। ਜਦੋਂ ਹੁਮਾਯੂੰ ਨੂੰ ਇਸ ਗੱਲ ਦਾ ਪਤਾ ਲੱਗਾ ਕਿ ਪ੍ਰਯਾਗ ਦੇ ਕਿਲੇ ਦੇ ਵਿੱਚ, ਇਲਾਹਾਬਾਦ ਦੇ ਕਿਲੇ ਦੇ ਵਿੱਚ ਉਹ ਆਕੀ ਹੋ ਕੇ ਬਹਿ ਗਏ ਨੇ, ਫਿਰ ਕਹਿੰਦੇ ਆਪਣੀ ਫੌਜ ਨੂੰ ਨਾਲ ਲੈ ਕੇ ਹੁਮਾਯੂੰ ਨੇ ਚੜਾਈ ਕੀਤੀ। ਮਨ ਦੇ ਵਿੱਚ ਸੋਚਿਆ ਮੋਪੈ ਸੈਨਾ ਬਹੁਤ ਸਮੁਦਾਈ, ਕਿ ਉਹ ਮੇਰੇ ਅੱਗੇ ਕੀ ਨੇ, ਮੇਰੇ ਕੋਲ ਤੇ ਬਹੁਤ ਵੱਡੀ ਸੈਨਾ ਹੈ। ਤਿੰਨ ਕੇ ਨਿਕਟ ਅਲਪ ਹੀ ਆਹੇ, ਹੱਥੋਂ ਕੇ ਬਾਂਧੋ ਚੜੇ ਚਾਹੇ। ਸੋਚਦਾ ਹੈ ਹੁਮਾਯੂੰ ਕਿ ਉਹਨਾਂ ਦੇ ਕੋਲ ਤੇ ਥੋੜੀ ਫੌਜ ਹੈ, ਉਹਨਾਂ ਦੇ ਕੋਲ ਤੇ ਥੋੜੀ ਤਾਕਤ ਹੈ, ਮੇਰੇ ਕੋਲ ਤੇ ਵੱਡੀ ਤਾਕਤ ਹੈ। ਇਸ ਤਰ੍ਹਾਂ ਸੋਚ ਕੇ ਮਾਨੋ ਕਿ ਉਸਨੇ ਚੜਾਈ ਕੀਤੀ। ਪਹੁੰਚ ਪ੍ਰਯਾਗ ਜੰਗ ਕੋ ਠਾਨਾ, ਦੋਹਾਂ ਦੇਸ਼ ਬਾਜੇ ਬਜੇ ਮਹਾਨਾ। ਪ੍ਰਯਾਗ ਪਹੁੰਚ ਕੇ ਕਹਿੰਦੇ ਨੇ ਦੋਵਾਂ ਪਾਸਿਆਂ ਦਾ ਜੰਗ ਆਰੰਭ ਹੋਇਆ। ਦੋਵਾਂ ਪਾਸਿਆਂ ਤੋਂ ਮਾਨੋ ਕਿ ਯੁੱਧ ਦੇ ਜਿਹੜੇ ਨਗਾਰੇ ਸੀ ਉਹ ਖੜਕ ਗਏ। ਨਿਕਸੇ ਤਬ ਪਠਾਨ ਦ્વੈ ਪਾਈ, ਲਸ਼ਕਰ ਮਿਲਤੇ ਮਚੀ ਲੜਾਈ। ਕਹਿੰਦੇ ਨੇ ਕਿ ਦੋਵੇਂ ਪਠਾਨ ਭਰਾ ਨਿਕਲੇ ਨੇ ਲੜਾਈ ਕਰਨ ਦੇ ਵਾਸਤੇ। ਜਦੋਂ ਫੌਜਾਂ ਦਾ ਇੱਕ ਦੂਜੇ ਦੇ ਨਾਲ ਟਕਰਾਅ ਹੋਇਆ ਤੇ ਫਿਰ ਦੋਵਾਂ ਪਾਸਿਆਂ ਦਾ ਭਿਆਨਕ ਜਿਹੜਾ ਯੁੱਧ ਸੀ ਨਾ ਉਹ ਹੋਣਾ ਸ਼ੁਰੂ ਹੋਇਆ। ਸੋ ਇਸ ਤਰੀਕੇ ਦੇ ਨਾਲ ਯੁੱਧ ਹੋਣਾ ਸ਼ੁਰੂ ਹੋਇਆ। ਸਾਧ ਸੰਗਤ ਜੀ, ਸਮੇਂ ਦੀ ਸਮਾਪਤੀ ਹੈ। ਕੱਲ ਨੂੰ ਗ੍ਰੰਥਾਕਾਰ ਜੀ ਜਿਸ ਤਰੀਕੇ ਦੇ ਨਾਲ ਇਸ ਯੁੱਧ ਦਾ ਅਗਲਾ ਬਿਆਨ ਕਰਨਗੇ, ਮੈਂ ਉਸੇ ਤਰ੍ਹਾਂ ਸਾਧ ਸੰਗਤ ਦੇ ਸਨਮੁਖ ਅਰਜ਼ ਕਰਾਂਗਾ। ਅੱਗੇ ਜੋ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੀ ਰਜ਼ਾ ਹੋਵੇਗੀ ਉਸੇ ਤਰ੍ਹਾਂ ਵਰਤੇਗੀ। ਅੱਜ ਇੰਨੀਆਂ ਹੀ ਅਰਜ਼ਾਂ ਕਰਦਾ ਹੋਇਆ ਮੈਂ ਇੱਥੇ ਹੀ ਕਥਾ ਨੂੰ ਵਿਸਰਾਮ ਦੇ ਕੇ ਸਾਰੀ ਸਾਧ ਸੰਗਤ ਤੋਂ ਖਿਮਾ ਦਾ ਜਾਚ ਕਰਾਂ। हे अच्युत हे पार ब्रह्म अविनाशी अगनास,
हे पूरन हे सर्ब मैं दुख पंजन गुण तास। हे संगी हे निरंकार हे निर्गुण सब टेक। हे गोविंद हे गुण निधान जाके सदा विवेक। हे अपरंपर हर हरे है पी होवनहार। हे संतः कै सदा संग निधारा आधार। हे ठाकुर हो दास रो मैं निर्गुण गुण नहीं कोय। नानक दीजै नाम दान राखो हिय परोय। याही कुल ते प्रगट होय ताही कुल को नाम। पुन द्वादश गुरिंद को मेरी है प्रणाम।